SS ਟੈਲੀਵਿਜ਼ਨ ਅਤੇ ਸੁਰਸਾਗਰ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਰਵਿੰਦਰ ਸਿੰਘ ਪੰਨ ਵੱਲੋਂ ਸਤਿ ਸ੍ਰੀ ਅਕਾਲ ਤੇ ਲਓ ਆਪ ਜੀ ਲਈ ਪ੍ਰੋਗਰਾਮ ਠੀਕ 9 ਵਜੇ ਤੱਕ ਲੈ ਕੇ ਹਾਜ਼ਰ ਹੋਏ ਹਾਂ, ਜਿਸ ਦਾ ਸਿੱਧਾ ਪ੍ਰਸਾਰਣ ਤੁਸੀਂ ਰੇਡੀਓ ਸੁਰਸਾਗਰ ਤੇ ਅਤੇ SS ਟੈਲੀਵਿਜ਼ਨ ਤੇ ਦੇਖ ਅਤੇ ਸੁਣ ਸਕਦੇ ਹੋ। ਜਿਵੇਂ ਕਿ ਆਪ ਜੀ ਨੂੰ ਪਤਾ ਕਿ ਇਹ ਆਪਣੀ ਪੰਜਾਬੀ ਕਮਿਊਨਿਟੀ ਦਾ ਪਹਿਲਾ ਟੀਵੀ ਅਤੇ ਰੇਡੀਓ ਸਟੇਸ਼ਨ ਹੈ, ਜਿਹੜਾ ਕਿ ਰੇਡੀਓ ਸਨ 1994 ਤੋਂ 24 ਘੰਟੇ ਦਾ ਚੱਲਦਾ ਆ ਰਿਹਾ ਹੈ ਤੇ 2001 ਤੋਂ ਇਹ ਟੈਲੀਵਿਜ਼ਨ ਚੈਨਲ ਚੱਲਦਾ ਆ ਰਿਹਾ ਹੈ। ਇਸ ਨੂੰ ਤੁਸੀਂ ਰੋਜਰਸ ਕੇਬਲ, ਕੋਜਕੋ ਅਤੇ ਬੈਲ 5 ਤੇ ਦੇਖ ਸਕਦੇ ਹੋ, ਵੱਖ-ਵੱਖ ਨੰਬਰਾਂ ਤੇ, ਜਿਵੇਂ ਕਿ ਰੋਜਰਸ ਕੇਬਲ ਦੇ 851 ਨੰਬਰ ਤੇ ਇਸ ਨੂੰ ਵੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਸੈਟਅਪ ਬਾਕਸ ਜਿਹੜੇ ਅੱਜ ਕੱਲ੍ਹ ਕਮਿਊਨਿਟੀ ਦੇ ਵਿੱਚ ਹਨ, ਉਹਨਾਂ ਤੇ ਹੀ ਵੱਖ-ਵੱਖ ਚੈਨਲ ਨੰਬਰਾਂ ਤੇ ਵੇਖ ਸਕਦੇ ਹੋ। ਸੋ ਜੇਕਰ ਆਪ ਜੀ ਦੇ ਪਾਸ ਸੈਟਅਪ ਬਾਕਸ ਹੈ, ਭਾਵ ਕਿ IPTV ਦਾ ਬਾਕਸ ਹੈ, ਤੇ ਤੁਸੀਂ ਜ਼ਰੂਰ ਉਹਦੇ ਤੇ ਜਾ ਕੇ SS TV ਜਾਂ ਫਿਰ ਸੁਰਸਾਗਰ TV ਲੱਭ ਸਕਦੇ ਹੋ ਤੇ ਵੇਖ ਸਕਦੇ ਹੋ ਜਿਹੜੇ ਵੀ ਪ੍ਰੋਗਰਾਮ ਅਸੀਂ ਪੇਸ਼ ਕਰਦੇ ਹਾਂ। ਕੁਝ ਕੁ ਹਫ਼ਤਿਆਂ ਤੋਂ ਅਸੀਂ ਆਪ ਜੀ ਨੂੰ ਦੱਸਦੇ ਆ ਰਹੇ ਹਾਂ ਕਿ ਨਵਾਂ ਰੇਡੀਓ ਸਟੇਸ਼ਨ ਹੋਂਦ ਦੇ ਵਿੱਚ ਆਇਆ ਹੈ 960 AM, ਜਿਹੜਾ ਕਿ ਇੰਗਲਿਸ਼ ਦਾ ਰੇਡੀਓ ਸਟੇਸ਼ਨ ਹੈ। ਇਸ ਤੇ ਕੱਲ੍ਹ ਨੂੰ ਭਾਵ ਕਿ ਵੈਨਸਡੇ 4 ਤੋਂ 7 ਦੇ ਦੌਰਾਨ ਆਪਣੇ ਪਾਸ ਬਲ ਗੋਸਲ ਜੀ ਆਉਣਗੇ ਅਤੇ ਨਾਲ ਦੀ ਨਾਲ ਲਿੰਡਾ ਜਾਫਰੀ, ਜਿਹੜੇ ਕਿ ਮੇਅਰ ਹਨ ਸਿਟੀ ਆਫ ਬਰੈਂਪਟਨ ਦੇ। ਸੋ ਅਸੀਂ ਆਪ ਜੀ ਨੂੰ ਅਪੀਲ ਕਰਦੇ ਹਾਂ, ਜੇਕਰ ਤੁਹਾਡਾ ਬੱਚਾ ਜਾਂ ਤੁਹਾਨੂੰ ਜਾਣਦਾ ਹੈ ਕੋਈ ਵੀ ਕੈਂਡੀਡੇਟ ਟਰਸਟੀ, ਰੀਜਨਲ ਕਾਉਂਸਲਰ ਜਾਂ ਫਿਰ ਮੇਅਰ ਦੀ ਚੋਣ ਲੜ ਰਿਹਾ ਹੈ ਕੈਲੇਡਨ, ਬਰੈਂਪਟਨ ਜਾਂ ਫਿਰ ਮਿਸਿਸਾਗਾ ਦੇ ਵਿੱਚ, ਤੇ ਉਹਨਾਂ ਨੂੰ ਅਸੀਂ ਇਨਵੀਟੇਸ਼ਨ ਤੁਹਾਡੇ ਰਾਹੀਂ ਭੇਜਦੇ ਹਾਂ ਕਿ ਉਹਨਾਂ ਨੂੰ ਤੁਸੀਂ ਕਹੋ ਉਹ ਆਪਣਾ ਟਾਈਮ ਇੱਥੇ ਲੈ ਸਕਦੇ ਹਨ। ਇਹ ਫ੍ਰੀ ਟਾਈਮ ਦਿੱਤਾ ਜਾ ਰਿਹਾ ਹੈ ਇੰਗਲਿਸ਼ ਰੇਡੀਓ ਤੇ, ਜਿਹੜਾ ਕਿ 960 AM ਹੈ। ਸੋ ਹੁਣ ਆਪਣੀ ਕਮਿਊਨਿਟੀ ਕਾਫੀ ਪ੍ਰਫੁੱਲਤ ਹੋ ਚੁੱਕੀ ਹੈ। ਸੋ ਜਿਸ ਤਰ੍ਹਾਂ ਕਮਿਊਨਿਟੀ ਪ੍ਰਫੁੱਲਤ ਹੁੰਦੀ ਹੈ, ਬਿਜ਼ਨਸ ਪ੍ਰਫੁੱਲਤ ਹੁੰਦੇ ਹਨ, ਉਸੇ ਪ੍ਰਕਾਰ ਸਾਨੂੰ ਮੀਡੀਆ ਵੀ ਐਕਸਪੈਂਡ ਕਰਨ ਦੀ ਜ਼ਰੂਰਤ ਹੈ। ਸੋ ਜਿਹੜਾ 960 AM ਰੇਡੀਓ ਹੈ, ਇਹ ਇੰਗਲਿਸ਼ ਦੇ ਵਿੱਚ ਚੱਲਣ ਵਾਲਾ ਰੇਡੀਓ ਸਟੇਸ਼ਨ ਲੈ ਕੇ ਆਏ ਹਾਂ। ਸੋ ਅਸੀਂ ਆਪ ਜੀ ਨੂੰ ਅਪੀਲ ਕਰਦੇ ਹਾਂ, ਜੇਕਰ ਤੁਸੀਂ ਜਾਂ ਤੁਹਾਡਾ ਬੱਚਾ ਕੋਈ ਵੀ ਅਜਿਹਾ ਸਕਿੱਲ ਰੱਖਦਾ ਹੈ ਜਰਨਲਿਜ਼ਮ ਦਾ, ਜਾਂ ਫਿਰ ਕਮੈਂਟੇਟਰ ਹੈ, ਜਾਂ ਕੋਈ ਵੀ ਅਜਿਹੀ ਟਾਕ ਦੇ ਵਿੱਚ ਉਹ ਭਾਗ ਲੈ ਸਕਦਾ ਹੈ ਜਿਸ ਦੇ ਅਨੁਕੂਲ ਉਹ ਆਪਣੇ ਆਪ ਨੂੰ ਸਮਝਦਾ ਕਿ ਮੈਂ ਕੈਪੇਬਲ ਹਾਂ, ਤੇ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ 6475011700 ਜੇਕਰ ਤੁਹਾਡਾ ਇੰਟਰਸਟ ਹੈ ਇਸ ਰੇਡੀਓ ਸਟੇਸ਼ਨ ਤੇ ਆ ਕੇ ਪ੍ਰੋਗਰਾਮ ਕਰਨ ਦਾ। ਸੋ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ 6475011700। ਪਰ ਇਹ ਸਾਡੇ ਤੁਹਾਡੇ ਨਾਲ ਸ਼ਰਤ ਹੈ ਕਿ ਪ੍ਰੋਗਰਾਮ ਹੈਜ਼ ਟੂ ਬੀ ਇਨ ਇੰਗਲਿਸ਼। ਸੋ ਜੇਕਰ ਤੁਸੀਂ ਕਹੋ ਕਿ ਪੰਜਾਬੀ ਜਾਂ ਹਿੰਦੀ ਜਾਂ ਉਰਦੂ ਦੇ ਵਿੱਚ ਕਰਨਾ ਹੈ ਤੇ ਉਹ ਨਹੀਂ ਕੀਤਾ ਜਾ ਸਕਦਾ, ਓਨਲੀ ਇੰਗਲਿਸ਼। ਸੋ ਸਾਡੀ ਇਸ ਵੇਲੇ ਕੋਸ਼ਿਸ਼ ਹੈ ਕਿ ਅਸੀਂ ਆਪਣੇ ਆਪ ਨੂੰ ਦੂਜੀਆਂ ਕਮਿਊਨਿਟੀਆਂ ਦੇ ਵਿੱਚ ਕਿਸ ਤਰ੍ਹਾਂ ਇਮਰਜ ਕਰੀਏ, ਤੇ ਨਾਲ ਦੀ ਨਾਲ ਸਾਡੀ ਜਿਹੜੀ ਨੈਕਸਟ ਜਨਰੇਸ਼ਨ ਹੈ ਇਸ ਵੇਲੇ ਇਹ ਇੰਨੀ ਕੁ ਜਵਾਨ ਹੋ ਚੁੱਕੀ ਹੈ ਕਿ ਉਹ ਇੰਡੀਅਨ, ਪੰਜਾਬੀ ਜਾਂ ਹਿੰਦੀ ਦੇ ਪ੍ਰੋਗਰਾਮ ਨਹੀਂ ਵੇਖਦੇ, ਉਹ ਇੰਗਲਿਸ਼ ਝੁਕਾਓ ਰੱਖਦੇ ਹਨ। ਲੇਕਿਨ ਕੋਈ ਵੀ ਸਾਡੀ ਕਮਿਊਨਿਟੀ ਦੇ ਵਿੱਚ ਅਜਿਹਾ ਰੇਡੀਓ ਜਾਂ ਅਜਿਹਾ TV ਕੋਈ ਵੀ ਨਹੀਂ ਹੈ ਜਿਹੜਾ ਕਿ ਅਜਿਹੀ ਪ੍ਰੋਗਰਾਮਿੰਗ ਦੇਵੇ ਕਿ ਬੱਚਿਆਂ ਨੂੰ ਆਪਣੇ ਵੱਲ ਖਿੱਚ ਸਕੇ। ਸੋ ਇਸ ਜਿਹੜੀ ਡਿਮਾਂਡ ਨੂੰ ਨਜ਼ਰ ਦੇ ਵਿੱਚ ਰੱਖਦੇ ਹੋਏ ਇਹ ਡਿਸਾਈਡ ਕੀਤਾ ਗਿਆ ਕਿ ਹੁਣ ਆਪਣੀ ਕਮਿਊਨਿਟੀ ਦੇ ਵਿੱਚ ਇੰਗਲਿਸ਼ ਰੇਡੀਓ ਚਾਹੀਦਾ ਹੈ, ਤੇ ਨਾਲ ਦੀ ਨਾਲ ਜਿਹੜੇ ਬਿਜ਼ਨਸਮੈਨ ਹਨ ਉਹਨਾਂ ਦਾ ਵੀ ਬਿਜ਼ਨਸ ਹੋਰ ਵਧਾਉਣ ਵਾਸਤੇ ਆਪਣੀ ਐਡਵਰਟਾਈਜ਼ਮੈਂਟ ਜਿਹੜੀ ਇੰਗਲਿਸ਼ ਰੇਡੀਓ ਤੇ ਕਰਦੇ ਹਨ, ਤੇ ਦੈਟ ਇਜ਼ ਵੈਰੀ ਐਕਸਪੈਂਸਿਵ। ਉਹ ਕਿਸੇ ਵੇਲੇ ਅਫੋਰਡ ਹੀ ਨਹੀਂ ਕੀਤੀ ਜਾ ਸਕਦੀ ਕਿ ਉਹ ਵੇ ਅਪ ਹੈ ਪ੍ਰਾਈਸਿਸ ਜੋ ਆਪਾਂ ਭਾਰਤੀ ਮੀਡੀਆ ਨੂੰ ਪੇ ਕਰਦੇ ਹਾਂ। ਸੋ ਇਸ ਕਰਕੇ ਸਾਡੀ ਇਹ ਕੋਸ਼ਿਸ਼ ਹੈ ਕਿ ਆਪਣੀ ਕਮਿਊਨਿਟੀ ਦਾ ਬਿਜ਼ਨਸ ਐਕਸਪੈਂਡ ਕਰਨ ਵਾਸਤੇ ਅਸੀਂ ਉਹਨਾਂ ਨੂੰ ਵੀ ਖੁੱਲ੍ਹਾ ਸੱਦਾ ਦਿੰਦੇ ਹਾਂ ਕਿ ਇੰਗਲਿਸ਼ ਰੇਡੀਓ ਤੇ ਆ ਕੇ ਐਡਵਰਟਾਈਜ਼ਮੈਂਟ ਕਰੋ, ਤਾਂ ਕਿ ਤੁਹਾਡੇ ਬਿਜ਼ਨਸ ਦੀ ਆਵਾਜ਼ ਬਾਹਰ ਤੱਕ ਪਹੁੰਚ ਸਕੇ ਤੇ ਉਹ ਵੀ ਤੁਹਾਡੇ ਬਾਇਰ ਬਣਨ। ਹੁਣ ਦਰਅਸਲ ਕੀ ਵੇਖਣ ਦੇ ਵਿੱਚ ਆ ਰਿਹਾ ਕਿ ਆਪਣੇ ਬਿਜ਼ਨਸਿਸ ਤੇ ਆਪਣੇ ਹੀ ਲੋਕੀ ਆਉਂਦੇ ਹਨ, ਹੋਰ ਕਮਿਊਨਿਟੀ ਕੋਈ ਆਉਂਦੀ ਨਹੀਂ ਗੀ। ਕਿਉਂ? ਕਿਉਂਕਿ ਸਾਡੀ ਬਾਹਰ ਦੂਜੀ ਕਮਿਊਨਿਟੀ ਦੇ ਵਿੱਚ ਅਪਰੋਚ ਮੀਡੀਆ ਦੇ ਵਿੱਚ ਨਾ ਹੋਣ ਕਰਕੇ ਸਾਡੀ ਜਿਹੜੀ ਆ ਕਸਟਮਰ ਬੇਸ ਆ ਉਹ ਘਟਦਾ ਜਾ ਰਿਹਾ ਹੈ, ਨਾ ਕਿ ਵੱਧ ਰਿਹਾ ਹੈ। ਸੋ ਮੈਂ ਆਪ ਜੀ ਨੂੰ ਅਪੀਲ ਕਰਦਾ ਕਿ ਜੇਕਰ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਜਾਂ ਤੁਹਾਡੇ ਭੈਣ ਭਾਈ ਬਿਜ਼ਨਸ ਕਰਦੇ ਹਨ ਤੇ ਉਹ ਸਾਡੇ ਨਾਲ ਰਾਬਤਾ ਕਾਇਮ ਕਰਨ, ਤਾਂ ਕਿ ਅਸੀਂ ਉਹਨਾਂ ਦੇ ਬਿਜ਼ਨਸ ਦੀ ਪ੍ਰਮੋਸ਼ਨ ਦੂਜੀਆਂ ਕਮਿਊਨਿਟੀਆਂ ਤੱਕ, ਇੰਗਲਿਸ਼ ਸਪੀਕਿੰਗ ਲੋਕਾਂ ਤੱਕ ਪਹੁੰਚਦੀ ਕਰੀਏ, ਜਿਹੜਾ ਕਿ ਨੰਬਰ 1 ਇੰਗਲਿਸ਼ ਕਮਿਊਨਿਟੀ ਦਾ ਨੰਬਰ ਆਉਂਦਾ ਹੈ ਤੇ ਬਾਕੀ ਕਮਿਊਨਿਟੀਆਂ ਬਹੁਤ ਛੋਟੇ ਨੰਬਰਾਂ ਤੇ ਆਉਂਦੀਆਂ ਹਨ। ਸੋ ਅਸੀਂ ਆਪ ਜੀ ਨੂੰ ਇਸ ਪ੍ਰੋਗਰਾਮ ਦੇ ਵਿੱਚ
ਨਾਲ ਬ੍ਰਿਗੇਡੀਅਰ ਨਵਾਜ਼ ਸਿੰਘ ਹੀਰ ਜੀ ਦੇ ਨਾਲ ਮੁਲਾਕਾਤ ਕਰਾਵਾਂਗੇ, ਜਿਹੜੇ ਕਿ ਅੱਜ ਸਟੂਡੀਓ ਦੇ ਵਿੱਚ ਹੋਣਗੇ। ਤੁਸੀਂ ਟਾਈਮ ਟੂ ਟਾਈਮ ਉਹਨਾਂ ਨੂੰ ਸਟੂਡੀਓ ਦੇ ਵਿੱਚ ਵੀ ਸੁਣਦੇ ਤੇ ਵੇਖਦੇ ਹੋ, ਤੇ ਨਾਲ ਦੀ ਨਾਲ ਤੁਸੀਂ ਜਦੋਂ ਇਹ ਬਾਹਰ ਗਏ ਹੁੰਦੇ ਹਨ ਤੇ ਉੱਥੋਂ ਵੀ ਟੈਲੀਫੋਨ ਰਾਹੀਂ ਸੁਣਦੇ ਹੋ। ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ, ਸੁਰਸਾਗਰ ਰੇਡੀਓ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ। ਤੁਸੀਂ ਰੇਡੀਓ ਲਿਜਾ ਸਕਦੇ ਹੋ ਸਾਡੇ ਪਾਸੋਂ। ਸਵੇਰੇ ਅਸੀਂ 11 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਇੱਥੇ ਮੌਜੂਦ ਹੁੰਦੇ ਹਾਂ। ਸੋ ਮੇਰਾ ਨੰਬਰ ਹੈ 647 502 4800 ਜਾਂ ਸਟੂਡੀਓ ਦਾ ਨੰਬਰ 416 741 9600। ਜੇਕਰ ਤੁਹਾਡਾ ਆਪਣਾ ਵਿਚਾਰ ਕੋਈ ਵੀ ਦੇਣ ਦਾ ਇਸ ਵੇਲੇ ਮਨ ਬਣਦਾ ਹੈ, ਨੰਬਰ 2 ਹਨ 416 741 9600 ਜਾਂ 416 640 0200। ਸਾਡੇ ਗੈਸਟ ਹਨ ਜਗਦੀਪ ਸਿੰਘ, ਜਿਹੜੇ ਕਿ ਓਮਾਨ ਦੇ ਨਿਵਾਸੀ ਹਨ ਤੇ ਉਹਨਾਂ ਦਾ ਪਿਛੋਕੜ ਜਿਹੜਾ ਵਾ ਪੰਜਾਬ ਦੇ ਨਾਲ ਹੈ। ਸੋ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਹਾਂ। ਕੈਨੇਡਾ ਦੇ ਵਿੱਚ ਹਨ ਇਸ ਵੇਲੇ ਤੇ ਪਿਛਲੇ ਸਮੇਂ 'ਚ ਪਰਿਵਾਰ ਸਮੇਤ ਆਏ ਸਨ। ਅਸੀਂ ਫਿਰ ਇੱਕ ਵਾਰੀ ਜਗਦੀਪ ਸਿੰਘ ਦਾ ਧੰਨਵਾਦ ਕਰਦੇ ਹਾਂ ਕਿ ਜਦੋਂ ਆਉਂਦੇ ਹਨ ਮਿਲ ਕੇ ਜਾਂਦੇ ਹਨ। ਸੋ ਵੈਲਕਮ ਜੀ ਜਗਦੀਪ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਸੋ ਬ੍ਰਿਗੇਡੀਅਰ ਨਵਾਜ਼ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਬ੍ਰਿਗੇਡੀਅਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਔਰ ਸਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਪਾਂ ਅੱਜ 2 ਟੌਪਿਕ ਤੇ ਗੱਲਬਾਤ ਕਰਾਂਗੇ ਬ੍ਰਿਗੇਡੀਅਰ ਸਾਹਿਬ। ਹਾਂਜੀ। ਇੱਕ ਤੇ ਆਪਾਂ ਆਪਣੀ ਕਮਿਊਨਿਟੀ ਨੂੰ ਕਿਸ ਤਰ੍ਹਾਂ ਦੂਸਰੀ ਕਮਿਊਨਿਟੀ ਦੇ ਵਿੱਚ ਇਮਰਜ ਕਰਨਾ ਹੈ। ਆਪਾਂ ਦੇਖ ਰਹੇ ਹਾਂ ਕਿ ਇੱਕ ਆਪਣੇ ਨਿੱਕੇ ਨਿੱਕੇ ਗਰੁੱਪ ਬਣਦੇ ਜਾ ਰਹੇ ਹਨ, ਜਿਸ ਤਰ੍ਹਾਂ ਬਰੈਂਪਟਨ ਹੈ ਜਾਂ ਹੋਰ ਇਲਾਕੇ ਉੱਤੇ ਗਠ ਜਿਹਾ ਬਣਦਾ ਜਾ ਰਿਹਾ ਹੈ। ਇੱਕ ਤਰ੍ਹਾਂ ਦਾ ਆਪਣੇ ਆਪ ਨੂੰ ਇੱਕ ਸ਼ੀਲਡ ਦੇ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਬਾਹਰ ਨਹੀਂ ਨਿਕਲ ਰਹੇ। ਸਾਡੀ ਜਿਹੜੀ ਕਮਿਊਨਿਟੀ ਦੇ ਵਿੱਚੋਂ ਪਹੁੰਚ ਜਿਹੜੀ ਹੈ ਜਦੋਂ ਕਿ ਬਾਹਰ ਹੋਣੀ ਚਾਹੀਦੀ ਹੈ, ਤੇ ਅਸੀਂ ਜ਼ਿਆਦਾਤਰ ਆਪਣੀ ਕਮਿਊਨਿਟੀ ਦੇ ਵਿੱਚ ਹੀ ਘੁੰਮਦੇ ਫਿਰ ਰਹੇ ਹਾਂ। ਸੋ ਇਸ ਨੂੰ ਆਪਾਂ ਕਿਸ ਤਰ੍ਹਾਂ ਦੂਸਰੀ ਕਮਿਊਨਿਟੀ ਦੇ ਵਿੱਚ ਇਮਰਜ ਕਰਨਾ ਹੈ, ਜਾਂ ਦੂਸਰੀ ਕਮਿਊਨਿਟੀ ਨੂੰ ਆਪਣੇ ਪ੍ਰਤੀ ਕਿਸ ਤਰ੍ਹਾਂ ਹੋਰ ਇੰਟਰੋਡਿਊਸ ਕਰਾਉਣਾ ਹੈ, ਉਹਨਾਂ ਨੂੰ ਦੱਸਣਾ ਕਿ ਅਸੀਂ ਵੀ ਬੜੇ ਲਿਬਰਲ ਸੁਭਾਅ ਵਾਲੇ ਹਾਂ ਤੇ ਲੈਟਸ ਵਰਕ ਟੂਗੈਦਰ। ਤੇ ਦੂਸਰਾ ਇਸ਼ੂ ਇਹ ਹੋਏਗਾ ਕਿ ਪਿਛਲੇ ਸਮੇਂ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਕੋਈ ਚਾਰਜਸ ਆਪਣੀ ਕਮਿਊਨਿਟੀ ਦੇ ਵਿੱਚੋਂ ਲੋਕਾਂ ਤੇ ਲੱਗੇ ਹਨ। ਕਈ ਅਜੇ ਤੱਕ ਵੀ ਕਹਿ ਰਹੇ ਹਨ ਕਿ ਅਸੀਂ ਉਹ ਬੰਦੇ ਨਹੀਂ ਹਨ, ਚਾਹੇ ਉਹ ਹੌਲੀ ਹੌਲੀ ਐਕਸੈਪਟ ਕਰ ਰਹੇ ਹਨ ਕਿ ਉਹ ਮੈਂ ਹੀ ਹਾਂ, ਤੇ ਉਹਦੇ ਤੇ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਆਪ ਜੀ ਦਾ ਧੰਨਵਾਦ ਕਰਦੇ ਹਾਂ। ਸੋ ਕਿਸ ਤਰ੍ਹਾਂ ਆਪਾਂ ਆਪਣੀ ਕਮਿਊਨਿਟੀ ਨੂੰ ਬਾਹਰਲੀਆਂ ਕਮਿਊਨਿਟੀਆਂ ਦੇ ਨਾਲ ਇੰਟਰੈਕਟ ਕਰਨ ਦੀ ਕੋਸ਼ਿਸ਼ ਕਰੀਏ, ਤੇ ਤਾਂ ਕਿ ਸਾਡੇ ਜਿਹੜੇ ਬੱਚੇ ਹਨ ਉਹਨਾਂ ਨੂੰ ਜੌਬਸ ਪ੍ਰਾਪਤ ਕਰਨ ਦੀ ਜਾਂ ਫਿਰ ਸਮਾਜ ਦੇ ਵਿੱਚ ਵਿਚਰਨ ਦੀ ਕੋਈ ਪ੍ਰੋਬਲਮ ਨਾ ਆਵੇ। ਸੋ ਇਹਦੇ ਤੇ ਆਪਾਂ ਥੋੜਾ ਚਾਨਣਾ ਪਾਈਏ। ਤੁਹਾਡਾ ਕੀ ਮੰਨਣਾ ਕਿ ਰੀਅਲੀ ਅਸੀਂ ਇੱਕ ਗਰੁੱਪਾਂ ਦੇ ਵਿੱਚ ਵੰਡੇ ਹਾਂ? ਭਾਰਤੀ ਕਮਿਊਨਿਟੀ ਦੇ ਵਿੱਚ ਜੇ ਗੁਜਰਾਤੀ ਹਨ ਉਹ ਇੱਕ ਜਗ੍ਹਾ ਤੇ ਰਹਿੰਦੇ ਹਨ, ਹਿੰਦੂ ਕਮਿਊਨਿਟੀ ਇੱਕ ਜਗ੍ਹਾ ਤੇ ਰਹਿੰਦੀ ਹੈ, ਪੰਜਾਬੀ ਇੱਕ ਤੇ ਮੁਸਲਮਾਨ ਇੱਕ ਤੇ। ਇਹ ਕੀ ਕੋਈ ਗੁੱਡ ਆਪਾਂ ਕਹਿ ਸਕਦੇ ਹਾਂ ਸਾਈਨ ਆਫ ਕਮਿਊਨਿਟੀ ਡਿਵੈਲਪਮੈਂਟ ਦਾ ਹੈ, ਜਾਂ ਇਹ ਰੀਅਲੀ ਬੈਡ ਸਾਈਨ ਹੈ ਟੂ ਦ ਕਮਿਊਨਿਟੀ? ਪੰਨੂ ਸਾਹਿਬ, ਇਸ ਤਰ੍ਹਾਂ ਕਿ ਜੇ ਅਸੀਂ ਹਿਸਟੋਰੀਕਲੀ ਆਪਣੀ ਕਮਿਊਨਿਟੀ ਦਾ ਪਾਸਟ ਲਈਏ ਜੀ, ਕਿ ਇਹ ਕਮਿਊਨਿਟੀ 'ਚ ਇੱਕ ਦੋ ਜਿਹੜੀਆਂ ਕੁਆਲਿਟੀਜ਼ ਨੇ ਉਹ ਬੜੀਆਂ ਯੂਨੀਕ ਹੈ। ਹੋਰ ਕਮਿਊਨਿਟੀ 'ਚ ਇੰਨੀਆਂ ਨਹੀਂ ਹੈਗੀਆਂ ਜਿੰਨੀਆਂ ਸਾਡੀ ਕਮਿਊਨਿਟੀ। ਇੱਕ ਕੁਆਲਿਟੀ ਹੈਗੀ ਆ ਲੀਡਰਸ਼ਿਪ ਦੀ ਜੀ, ਔਰ ਦੂਸਰੀ ਕੁਆਲਿਟੀ ਹੈਗੀ ਜਿਹੜੀ 10ਵੇਂ ਗੁਰੂ ਨੇ ਸਾਡੀ 'ਚ ਸਪਿਰਿਟ ਭਰ ਦਿੱਤੀ ਹੈ ਜੀ। ਉਸ ਦੇ ਇਹ ਦੋ ਕੁਆਲਿਟੀ ਦੇ ਨਾਲ ਸਾਡੀ ਜਿਹੜੀ ਕਮਿਊਨਿਟੀ ਹੈ, ਸੁਭਾਵਿਕ ਸਾਡਾ ਸੁਭਾਅ ਇਹ ਹੈ ਕਿ ਅਸੀਂ ਐਕਸਪੈਂਡ ਕਰਨਾ ਜਾਣਦੇ ਹਾਂ ਜੀ, ਕੰਟਰੈਕਟ ਨਹੀਂ ਹੁੰਦੇ। ਜਦੋਂ ਜਦੋਂ ਅਸੀਂ ਕੰਟਰੈਕਟ ਹੋਏ ਆ, ਆਪਣੇ ਆਪ ਨੂੰ ਅੰਦਰ ਨੂੰ ਗਏ ਆ, ਉਦੋਂ ਸਾਡਾ ਨੁਕਸਾਨ ਹੋਇਆ। ਚਲੋ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਦੇਖੋ ਪੰਜਾਬ ਕਿੱਡਾ ਵੱਡਾ ਸੀਗਾ, ਜਿਹਦਾ ਪਾਕਿਸਤਾਨ ਦਾ ਪੰਜਾਬ ਪੂਰਾ ਪੰਜਾਬ ਲਾਈਏ, ਔਰ ਉਹ ਤੋਂ ਪਹਿਲਾਂ ਜਾਈਏ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਸਲਤਨਤ ਸੀਗੀ ਜੀ, ਉਹ ਅਫਗਾਨਿਸਤਾਨ ਤੱਕ ਪੂਰਾ ਜਿਹੜਾ ਪਾਕਿਸਤਾਨ ਦਾ ਏਰੀਆ ਹੈਗਾ ਪੰਜਾਬ ਦਾ, ਉਹ ਜੰਮੂ ਕਸ਼ਮੀਰ, ਲੇਹ ਲਦਾਖ, ਉੱਥੇ ਤੱਕ ਪੂਰੀ ਸਲਤਨਤ ਚਾਈਨਾ ਨਾਲ ਇੱਕ ਬੰਨੇ ਚਾਈਨਾ ਨਾਲ ਲੱਗ ਗਈ ਸੀ। ਉਧਰ ਅਫਗਾਨਿਸਤਾਨ ਨਾਲ ਬਾਰਡਰ, ਅਫਗਾਨਿਸਤਾਨ ਦਾ ਵੀ ਹਿੱਸਾ, ਔਰ ਜੇ ਕਿਹਾ ਜਾਵੇ ਇਰਾਕ ਦੇ ਨਾਲ। ਉਸ ਐਕਸਪੈਂਸ਼ਨ ਤੋਂ ਜੀ ਸਾਨੂੰ ਅੰਗਰੇਜ਼ਾਂ ਨੇ ਜਾਂ ਸਾਡੀ ਜਿਹੜੀ ਲੀਡਰਸ਼ਿਪ ਨੇ ਧੋਖਾ ਦੇ ਕੇ ਅਸੀਂ ਇੱਕ ਛੋਟੇ ਪੰਜਾਬ 'ਚ ਆ ਗਏ ਜੀ, ਔਰ ਉਹ ਤਾਂ ਚਲੋ ਸਾਡੇ ਤੇ ਇੱਕ ਸਭ ਤੋਂ ਜ਼ਿਆਦਾ ਨੁਕਸਾਨ ਸਾਡਾ ਪਾਰਟੀਸ਼ਨ 'ਚ ਹੋਇਆ, ਔਰ ਦੂਸਰਾ ਅਸੀਂ ਸ਼ਰਿੰਕ ਹੋ ਗਏ ਜੀ, ਕੰਟਰੈਕਟ ਹੋ ਗਏ। ਪਰ ਉਹ ਤੋਂ ਬਾਅਦ ਵੀ ਅਸੀਂ ਲੈਸਨ ਨਹੀਂ ਲਰਨ ਕੀਤਾ ਕਿ ਸਾਡੀ ਜਿਹੜੀ ਲੀਡਰਸ਼ਿਪ ਹੈਗੀ ਆ, ਉਹਨਾਂ ਨੇ ਸਭ ਤੋਂ ਵੱਡੀ ਗਲਤੀ ਇਹ ਕੀਤੀ ਕਿ ਜੇ ਤੁਹਾਨੂੰ ਯਾਦ ਹੋਊਗਾ
ਸਰਦਾਰ ਪ੍ਰਤਾਪ ਸਿੰਘ ਕੈਰੋਂ ਕਹਿੰਦਾ ਸੀ ਕਿ ਤੁਸੀਂ ਗ੍ਰੇਟਰ ਪੰਜਾਬ ਮੰਗੋ, ਸਗੋਂ ਕਰਕੇ ਰਾਜਸਥਾਨ ਵੀ ਤੁਹਾਡੇ ਨਾਲ ਆ ਜਾਏ, ਪਾਰਟ ਆਫ ਯੂਪੀ ਵੀ ਆ ਜਾਏ, ਜੀ। ਕਿਉਂਕਿ ਉਹਨੂੰ ਪਤਾ ਸੀਗਾ ਸਾਡਾ ਕਰੈਕਟਰ ਹੈਗਾ, ਲੀਡਰ ਹੈਗੇ ਆ, ਅਸੀਂ ਹਾਰਡ ਵਰਕ ਕਰਨੇ ਆ, ਅਸੀਂ ਉਹਨਾਂ ਨੂੰ ਡੋਮੀਨੇਟ ਕਰ ਲੈਣਾ ਜੀ। ਇਸ ਵੇਲੇ ਹਿਮਾਚਲ ਜਿਹੜਾ ਹੈਗਾ ਉਹਦੇ ਜਿਹੜੇ ਕਾਮੇ ਸਾਡੇ ਘਰਾਂ 'ਚ ਕੰਮ ਕਰਦੇ ਹੁੰਦੇ ਸੀ ਉਹਨਾਂ ਦਿਨਾਂ 'ਚ ਜੀ। ਪੰਜਾਬ ਅਸੀਂ ਰੌਲਾ ਪਾਤਾ ਜੀ ਸਾਨੂੰ ਪੰਜਾਬੀ ਸੂਬਾ ਚਾਹੀਦਾ ਜੀ। ਪੰਜਾਬੀ ਸੂਬਾ ਸਾਨੂੰ ਉਹਨਾਂ ਨੇ ਛੋਟਾ ਜਿਹਾ ਸੂਬਾ ਪੂਰੇ 2 ਕਰੋੜ 2.5 ਕਰੋੜ ਜਿਹੜੇ ਸਿੱਖ ਨੇ ਉਹਨਾਂ ਨੂੰ ਅੰਦਰ ਨੂੰ ਕਰ ਦਿੱਤਾ, ਕੰਟਰੈਕਟ ਕਰ ਦਿੱਤਾ। ਪਰ ਇਹਨਾਂ ਨੂੰ ਦੋ ਆਪਸ਼ਨ, ਦੋ ਆਊਟਲੈਟ ਅੰਗਰੇਜ਼ ਦੇ ਗਏ ਸੀ, ਇੱਕ ਆਰਮੀ 'ਚ ਜਾਣ ਦੇ ਜੀ। ਤਾਂ ਆਪਣੇ ਕਾਫੀ ਬੱਚੇ ਜਾਂ ਯੰਗਸਟਰ ਆਰਮੀ ਜੁਆਇਨ ਕਰ ਲੈਂਦੇ ਸੀ ਜੀ। ਉਹ ਗਵਰਨਮੈਂਟ ਨੇ ਉਹਨੂੰ ਕੰਟਰੈਕਟ ਕਰ ਦਿੱਤਾ, ਉਹਨਾਂ ਨੇ 2% ਕੋਟਾ ਕਰ ਦਿੱਤਾ, ਉਹ ਆਰਮੀ ਘਟ ਗਈ। ਇਹ ਤਾਂ ਭਲਾ ਹੋਵੇ ਕਿ ਕੁਛ ਇੱਕ ਵੈਸਟਰਨ ਕੰਟਰੀ ਖੁੱਲ ਗਏ ਸੀ ਜੀ। ਕਿ ਜਿਹੜੇ ਬੰਦੇ ਉੱਥੇ ਕੁੱਟਣ ਮਹਿਸੂਸ ਕਰਦੇ ਸੀ ਜੀ। ਉਹ ਇਹਨਾਂ 'ਚ ਇੰਗਲੈਂਡ ਸ਼ੁਰੂ ਹੋ ਗਿਆ, ਇੰਗਲੈਂਡ ਤੋਂ ਬਾਅਦ ਨਾਰਥ ਅਮਰੀਕਾ, ਬਾਕੀ ਮਿਡਲ ਈਸਟ, ਪੂਰੇ ਵਰਲਡ 'ਚ ਸਿੱਖ ਚਲੇ ਗਏ ਜੀ। ਤਾਂ ਹੁਣ ਕੀ ਹੋਇਆ ਕਿ ਖਾਸ ਕਰ ਜੇ ਅਸੀਂ ਕੈਨੇਡਾ ਦਾ ਮਾਡਲ ਲਈਏ, ਅਸੀਂ ਕੀ ਹੋਇਆ ਵਿਲੀ ਨੀਲੀ ਕਿ ਕੁਛ ਇੱਕ ਸਿਟੀ 'ਚ ਅਸੀਂ ਸਾਡੀ ਬਸੋਂ ਵੱਧ ਗਈ, ਜਿਵੇਂ ਬਰੈਂਪਟਨ ਹੈਗਾ ਹਾਂਜੀ। ਔਰ ਉਧਰ ਵੈਨਕੂਵਰ 'ਚ ਆਪਣੀ ਸਰੀ ਹੈਗਾ। ਹੁਣ ਉਹਨਾਂ ਅਸੀਂ ਇਸ ਕੰਟਰੀ 'ਚ ਆ ਗਏ, ਇੰਨੀ ਪ੍ਰੋਗਰੈਸ ਕੀਤੀ ਹੈ, ਪਰ ਹੁਣ ਸਾਨੂੰ ਚਾਹੀਦਾ ਕਿ ਅਸੀਂ ਬਾਹਰ ਨੂੰ ਨਿਕਲੀਏ, ਨਾ ਮੇਨ ਸਟ੍ਰੀਮ ਦੇ ਨਾਲ ਆਪਣਾ ਨਾਤਾ ਵਧਾਈਏ, ਨਾ ਕਿ ਅਸੀਂ ਆਪਸ ਵਿੱਚ ਹੀ ਇੱਕ ਦੂਜੇ ਨਾਲ ਹੀ ਇਹ ਇਸ ਵੇਲੇ ਮਾਡਲ ਇਹ ਹੋ ਰਿਹਾ ਕਿ ਅਸੀਂ ਇੱਕ ਦੂਜੇ ਦੇ ਨਾਲ ਖਹਿ ਰਹੇ ਹਾਂ, ਇੱਕ ਦੂਜੇ ਨਾਲ ਕੰਪੀਟ ਕਰ ਰਹੇ ਹਾਂ। ਸਾਨੂੰ ਚਾਹੀਦਾ ਸਾਡੇ ਬੱਚੇ ਜਿਹੜੇ ਆ ਨੈਕਸਟ ਜਨਰੇਸ਼ਨ ਉਹ ਗੋਰਿਆਂ ਦੇ ਬੱਚਿਆਂ ਨਾਲ, ਬਾਕੀ ਇੰਟਰਨੈਸ਼ਨਲ ਕਮਿਊਨਿਟੀ ਦੇ ਬੱਚਿਆਂ ਨਾਲ, ਉਹਨਾਂ ਨਾਲ ਕੰਪੀਟ ਕਰਨ, ਉਹਨਾਂ ਨਾਲ ਮਿਕਸ ਕਰਨ। ਸਾਨੂੰ ਡਰ ਇਹ ਰਹਿੰਦਾ ਕਿ ਜੇ ਜ਼ਿਆਦਾ ਮਿਕਸ ਕਰ ਗਏ ਤਾਂ ਸ਼ਾਇਦ ਉਹ ਖਰਾਬ ਹੋ ਜਾਣਗੇ। ਕੋਈ ਡਰ ਦੀ ਲੋੜ ਨਹੀਂ ਹੈ, ਜਿਹਨੇ ਖਰਾਬ ਹੋਣਾ ਉਹਨੇ ਠੀਕ ਖਰਾਬ ਹੋ ਹੀ ਜਾਣਾ। ਬਾਕੀ ਜੇ ਉਹਨਾਂ ਨੂੰ ਹੋਰ ਮਿਕਸ ਕਰੋਗੇ, ਉਹਨਾਂ ਨਾਲ ਕੰਪੀਟ ਕਰੋਗੇ ਕਿ ਜਿਵੇਂ ਕੁਛ ਇੱਕ ਮਾਡਲ ਅਸੀਂ ਐਗਜ਼ਾਮਪਲ ਦਿੱਤੀਆਂ ਵੀ ਆ, ਜਿਹਨੇ ਅਸੀਂ ਸਡਨਲੀ ਸਾਡੀ ਕਮਿਊਨਿਟੀ ਇੱਥੇ ਸਾਡਾ 50 ਸਾਲ ਤੋਂ ਇੱਥੇ ਹੈਗੇ ਆ ਪੰਨੂ ਸਾਹਿਬ, ਸਾਡੀ ਕਮਿਊਨਿਟੀ ਮੇਰੇ ਖਿਆਲ ਤੋਂ ਇੱਥੇ ਜ਼ਿਆਦਾ ਜਾਣਦੇ 70 ਦੇ ਨੇੜੇ ਜ਼ਿਆਦਾ ਆਈ ਹੈ ਜੀ। ਵੈਨਕੂਵਰ ਵਾਲ ਚਲੋ 100 ਸਾਲ ਹੋ ਗਿਆ ਹੋਣਾ। ਹਾਂਜੀ। ਤਾਂ ਪਿਛਲੇ 50 ਸਾਲਾਂ 'ਚ ਅਸੀਂ 2 ਲੀਡਰ ਪ੍ਰੋਡਿਊਸ ਕਰ ਦਿੱਤੇ, ਇੱਕ ਜਗਮੀਤ ਸਿੰਘ ਔਰ ਇੱਕ ਨਵਦੀਪ ਬੈਂਸ, ਜਿਹੜੇ ਕਿ ਫੈਡਰਲ ਲੈਵਲ ਦੇ ਇਸ ਵੇਲੇ ਲੀਡਰ ਮੰਨੇ ਜਾਂਦੇ ਆ। ਇਹ ਸਾਡੇ ਕਮਿਊਨਿਟੀ ਦੀ ਅਚੀਵਮੈਂਟ ਹੈ। ਪਰ ਉਹਨੂੰ ਸਪੋਰਟ ਕਰਨ ਲਈ ਪੂਰੀ ਕਮਿਊਨਿਟੀ ਨੂੰ ਐਕਸਪੈਂਡ ਕਰਨਾ ਪੈਣਾ। ਉਹਦਾ ਇੱਕ ਐਕਸਪੈਂਸ਼ਨ ਦਾ ਤੁਸੀਂ ਬੜਾ ਵਧੀਆ ਇਨੀਸ਼ੀਏਟਿਵ ਲਿਆ ਕਿ ਇਹ ਜਿਹੜਾ ਇੰਗਲਿਸ਼ ਦਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ 960, ਉਹਦੇ ਨਾਲ ਕੀ ਹੈ ਐਟਲੀਸਟ ਸਾਡੀ ਜਿਹੜੀ ਆਵਾਜ਼ ਹੈ ਲੋਕਾਂ ਦੇ ਨਾਲ ਐਕਸਚੇਂਜ ਹੋਊਗੀ, ਉਹ ਸਾਡੀ ਆਵਾਜ਼ ਸੁਣੋਗੇ, ਸਾਡੀਆਂ ਫੀਲਿੰਗ ਸੁਣੋਗੇ, ਸਾਡੀ ਕੁਆਲਿਟੀਜ਼ ਦੇਖੋਗੇ, ਔਰ ਸਾਨੂੰ ਵੀ ਉਹਨਾਂ ਤੋਂ ਕਾਫੀ ਸਿੱਖਣ ਨੂੰ ਮੌਕਾ ਹੋਗਾ। ਉਹ ਕਾਫੀ ਹੋਰ ਕਰਨ ਦੀ ਲੋੜ ਹੈ ਸਾਨੂੰ। ਜਿਸ ਤਰ੍ਹਾਂ ਬ੍ਰਿਗੇਡੀਅਰ ਸਾਹਿਬ ਤੁਸੀਂ ਭਾਰਤ ਤੋਂ ਲੈ ਕੇ ਇੱਥੇ ਇੱਕ ਝਾਤ ਮਾਰੀ, ਇਹ ਅਗਰ ਆਪਾਂ ਸੁਭਾਅ ਦੀ ਗੱਲ ਕਰੀਏ, ਆਪਾਂ ਇੰਟਰਪ੍ਰੀਨਿਓਰ ਹਾਂ। ਹਾਂਜੀ, ਚੈਲੰਜ ਅਸੀਂ ਐਕਸੈਪਟ ਕਰਦੇ ਹਾਂ, ਅਸੀਂ ਫਾਈਟਰ ਵੀ ਹਾਂ, ਆਜ਼ਾਦ ਸੁਭਾਅ ਦੇ ਵੀ ਹਾਂ ਅਤੇ ਲੜਾਕੇ ਵੀ ਹਾਂ। ਸਾਡੇ ਕੋਲ ਇਹ ਕੁਆਲਿਟੀਜ਼ ਹਨ। ਕੀ ਕਾਰਨ ਹੈ ਕਿ ਅਸੀਂ ਇੱਕੋ ਥਾਂ ਤੇ ਗਰੁੱਪ ਦੇ ਤੌਰ ਤੇ ਰਹਿੰਦੇ ਹਾਂ? ਕੀ ਅਸੀਂ ਆਪਣੇ ਆਪ ਨੂੰ ਸਿਕਿਉਰ ਨਹੀਂ ਸਮਝਦੇ? ਕਿ ਸਟਿਲ ਅਜੇ ਥ੍ਰੈਟ ਮਹਿਸੂਸ ਕਰ ਰਹੇ ਹਾਂ, ਜਦੋਂ ਕਿ ਸਾਡੇ ਬੱਚੇ ਜਾਂ ਫਿਰ ਖੁਦ ਅਸੀਂ ਕੈਪੇਬਲ ਹਾਂ ਕਿਸੇ ਨਾਲ ਵੀ ਕਮਿਊਨੀਕੇਟ ਕਰਨ ਦੇ? ਕੀ ਕਾਰਨ ਹੈ ਕਿ ਅਸੀਂ ਇੱਕੋ ਥਾਂ ਤੇ, ਜਾਂ ਫਿਰ ਇਹਦਾ ਹੋਰ ਕੋਈ ਕਰਨਾ ਕਿ ਜੇਕਰ ਆਪਾਂ ਫਾਈਨੈਂਸ਼ਲੀ ਜਦੋਂ ਆਪਣੇ ਆਪ ਨੂੰ ਸਟਰੋਂਗ ਕਰ ਲੈਂਦੇ ਆ ਤੇ ਫਿਰ ਅਸੀਂ ਬਾਹਰ ਜ਼ਮੀਨਾਂ ਬਾਏ ਕਰਨ ਲੱਗ ਪੈਂਦੇ ਆ? ਇਹਦਾ ਕਾਰਨ ਕੀ ਹੈ? ਇੰਟਰਪ੍ਰੀਨਿਓਰ ਤੇ ਅਸੀਂ ਬਹੁਤ ਹਾਂ, ਹਾਂਜੀ, ਪਰ ਇੱਕ ਥਾਂ ਤੇ ਇਕੱਠੇ ਹੋਈ ਜਾਣਾ, ਉਹਦਾ ਕੀ ਕਾਰਨ ਆ? ਐਕਚੁਅਲੀ 50 ਸਾਲ ਪਹਿਲਾਂ ਜਾਂ 40 ਸਾਲ ਪਹਿਲਾਂ ਜਿਹੜੇ ਇਮੀਗ੍ਰੈਂਟ ਆਏ ਆ ਉਹ ਇਕੱਠੇ ਰਹਿਣਾ ਚਾਹੁੰਦੇ ਸੀ, ਇਕੱਠੇ ਸਪੋਰਟ, ਕਿਉਂਕਿ ਉਹਨਾਂ ਨੂੰ ਕਾਫੀ ਆਪੋਜੀਸ਼ਨ ਵੀ ਮਿਲਦੀ ਸੀ, ਉਹਨਾਂ ਨੇ ਹੇਟ ਕ੍ਰਾਈਮ ਵੀ ਕੁਝ ਹੁੰਦੇ ਸੀ ਇਹਨਾਂ ਕੰਟਰੀਆਂ 'ਚ। ਹਾਂਜੀ, ਉਹ ਤਾਂ ਸਮਝ ਆਉਂਦੀ ਹੈ ਕਿ ਚਲੋ ਜਿਹੜੀ ਪਹਿਲੀ ਜਨਰੇਸ਼ਨ ਹੈ ਕਿ ਉਹ ਮਤਲਬ ਇੱਕ ਜਗ੍ਹਾ ਰਹਿਣੀ, ਪਰ ਹੁਣ ਜਿਹੜੀ ਸੈਕੰਡ ਜਨਰੇਸ਼ਨ ਹੈ, ਈਵਨ ਥਰਡ ਜਨਰੇਸ਼ਨ, ਇਹਨਾਂ ਨੂੰ ਸਾਨੂੰ ਲੋੜ ਹੈ ਕਿ ਅਸੀਂ ਬਾਹਰ ਨੂੰ ਐਕਸਪੈਂਡ ਕਰੀਏ, ਕਿਉਂਕਿ ਜ਼ਿਆਦਾ ਅਸੀਂ ਇਕੱਠੇ ਰਹਾਂਗੇ ਅਸੀਂ ਫਿਰ ਆਪਸ ਵਿੱਚ ਹੀ ਫ੍ਰਿਕਸ਼ਨ ਪੈਦਾ ਕਰਦੇ ਹਾਂ। ਜਿਵੇਂ ਹੁਣ ਪੋਲੀਟਿਕਸ 'ਚ ਸਾਡੇ ਕਾਫੀ ਮਤਲਬ ਆ ਗਏ ਨੇ, ਯੰਗ ਯੂਥ ਆ ਗਿਆ, ਪਰ ਪ੍ਰੋਬਲਮ ਇਹ ਹੈ ਕਿ ਹੁਣ ਤਿੰਨੋਂ ਪਾਰਟੀਆਂ 'ਚ ਵੀ ਸਾਡੇ ਆਪਸ ਵਿੱਚ ਹੀ ਅਸੀਂ ਲੜਾਂਗੇ। ਉਹਦੇ ਨਾਲ ਜੇ ਹੁੰਦਾ ਕਿ ਇੱਥੇ ਔਰੰਜਵਿਲ ਹੈ, ਜਾਰਜ ਟਾਊਨ ਹੈ ਜਾਂ ਬੈਰੀ ਹੈ, ਇੱਧਰ ਨੂੰ ਐਕਸਪੈਂਸ਼ਨ ਹੋਈ ਜਾਵੇ, ਉਧਰ ਨੂੰ ਮੂਵਮੈਂਟ ਹੋਈ ਜਾਵੇ, ਇਹ ਕਮਿਊਨਿਟੀ ਨੂੰ ਸੋਚਣ ਦੀ ਲੋੜ ਹੈ। ਅਦਰਵਾਈਜ਼ ਕੀ ਹੈ ਕਿ ਅਸੀਂ ਫਿਰ ਉਹੀ ਚੀਜ਼ ਜਿਹੜਾ ਪੰਜਾਬ ਦਾ ਮਿਰਰ ਇਮੇਜ
ਹਾਂਜੀ। ਉਹ ਇੱਥੇ ਬਰੈਂਪਟਨ ਇੱਕ ਛੋਟਾ ਜਿਹਾ ਪੰਜਾਬੀ ਸੂਬਾ ਨਾ ਬਣਾ ਦਈਏ, ਹਾਂਜੀ। ਇਸੇ ਤਰ੍ਹਾਂ ਸਰੀ ਨੂੰ ਅਸੀਂ ਪੰਜਾਬੀ ਸੂਬਾ ਨਾ ਬਣਾ ਦਈਏ। ਇਹ ਸਾਨੂੰ ਸੋਚਣ ਦੀ ਲੋੜ ਹੈ ਇਸ ਚੀਜ਼ ਨੂੰ। ਔਰ ਇਹਦੇ ਨਾਲ ਇੱਕ ਹੋਰ ਨੁਕਸਾਨ ਵੀ ਇਹ ਹੋ ਰਿਹਾ ਕਿ ਹੁਣ ਜਿਹੜੇ ਨਵੇਂ ਇਮੀਗ੍ਰੈਂਟ ਆ ਰਹੇ ਭਾਵੇਂ ਸਾਡੀ ਕਮਿਊਨਿਟੀ ਤੋਂ, ਜੀ। ਕਿ ਇਸ ਏਰੀਆ 'ਚ ਮਿਲੀਅਨ ਤੋਂ ਘੱਟ ਘਰ ਹੀ ਨਹੀਂ ਮਿਲਦਾ। ਜੀ ਜੀ। ਉਹ ਵਿਚਾਰੇ ਫਿਰ ਉਹਨੂੰ, ਕਿਉਂਕਿ ਉਹ ਰਹਿਣਾ ਇੱਥੇ ਚਾਹੁੰਦੇ ਆ, ਉਹ ਮਿਲੀਅਨ 'ਚ ਆਪਣਾ ਡਾਊਨ ਪੇਮੈਂਟ ਦੇ ਕੇ ਲੱਖ ਦੀ, ਉਹ ਬਾਕੀ 9 ਲੱਖ ਦੀ ਉਹ ਮੌਰਗੇਜ ਚੁੱਕਦੇ ਆ। ਸਵੇਰ ਤੋਂ ਸ਼ਾਮ ਤੱਕ ਫਿਰ ਉਹ ਅਗਲੇ 20-25 ਸਾਲ ਉਹ ਮੌਰਗੇਜ ਹੀ ਦਿੰਦੇ ਰਹੇ। ਇਹਦੇ ਬਾਰੇ ਸੋਚਣ ਦੀ ਲੋੜ ਹੈਗੀ ਆ ਸਾਨੂੰ। ਅੱਛਾ ਬ੍ਰਿਗੇਡੀਅਰ ਸਰ, ਨੋ ਡਾਊਟ ਆਪਣੀ ਲੁੱਕ ਵੱਖਰੀ ਹੈ, ਖਾਣਾ ਵੱਖਰਾ ਹੈ, ਆਪਣਾ ਬੋਲ ਬਾਣੀ ਵੱਖਰੀ ਹੈ, ਹਾਂਜੀ, ਪਹਿਰਾਵਾ ਵੱਖਰਾ ਹੈ ਆਮ ਦੂਜੀਆਂ ਕਮਿਊਨਿਟੀਆਂ ਨਾਲੋਂ। ਪਰ ਜੇਕਰ ਆਪਾਂ ਕੰਪੈਰੀਜ਼ਨ ਕਰੀਏ ਅਮਰੀਕਾ ਦੇ ਨਾਲ, ਉੱਥੇ ਸਾਡੀ ਕਮਿਊਨਿਟੀ ਜਿਹੜੀ ਹੈ ਰੀਲੀ ਸਪਰੈਡ ਆਊਟ ਆ। ਉਹ ਵੱਖ-ਵੱਖ ਥਾਵਾਂ ਤੇ ਹੈ, ਲੇਕਿਨ ਫਿਰ ਵੀ ਉੱਥੇ ਕੁਝ ਪੌਕਟ ਹਨ ਜਿਹੜੀਆਂ ਕਿ ਉੱਥੇ ਵੀ ਉਹ ਇਕੱਤਰਤ ਹੋ ਕੇ ਰਹਿੰਦੇ ਹਨ, ਜਿਵੇਂ ਕਿ ਕੈਲੀਫੋਰਨੀਆ ਦੀ ਹੈ ਜਾਂ ਕੁਝ ਉੱਥੇ ਇਲਾਕੇ ਹਨ ਜਿਹੜੇ ਖੇਤੀਬਾੜੀ ਦੇ ਹਨ। ਕੀ ਕੈਨੇਡਾ ਦੇ ਆਪਾਂ ਜੇਕਰ ਭੂਗੋਲਿਕ ਸਥਿਤੀ ਨੂੰ ਵੇਖਦੇ ਹੋਏ ਇਹਦੇ ਤੇ ਗੱਲ ਕਰੀਏ ਕਿ ਇਹ ਕਾਰਨ ਹੈ, ਜਾਂ ਫਿਰ ਆਪਣੇ ਲੋਕਾਂ ਦੇ ਵਿੱਚ ਜਿਹੜਾ ਇੱਥੇ ਖਾਸ ਕਰਕੇ ਕੈਨੇਡਾ ਦੇ ਵਿੱਚ ਹੈ ਕਿ ਜਿਉਂ-ਜਿਉਂ ਇਹਨਾਂ ਕੋਲ ਪੈਸਾ ਆਉਂਦਾ ਹੈ ਇਹ ਫਿਰ ਬਾਹਰ ਜਾ ਕੇ ਖੇਤੀਬਾੜੀ ਜਾਂ ਜ਼ਮੀਨਾਂ ਲੈਂਦੇ ਹਨ? ਇਹਦਾ ਕੋਈ ਵਜ੍ਹਾ ਜਾਂ ਕੋਈ ਕਾਰਨ, ਜਾਂ ਫਿਰ ਆਪਣੇ ਆਪ ਨੂੰ ਇਹ ਫਿਰ ਮੈਂ ਪੁੱਛਣਾ ਚਾਹੂੰਗਾ ਕਿ ਸਿਕਿਉਰ ਨਹੀਂ ਮਹਿਸੂਸ ਕਰਦੇ ਬਾਹਰ ਜਾ ਕੇ ਲੋਕਾਂ ਦੇ ਵਿੱਚ ਵਿਚਰਨਾ, ਜਾਂ ਫਿਰ ਇਹਨਾਂ ਦੇ ਕੋਈ ਬੋਲੀ ਦੇ ਕਾਰਨ ਕਰਕੇ ਇਹ ਆਪਣੇ ਆਪ ਨੂੰ ਇੱਕ ਦਾਇਰੇ ਵਿੱਚ ਰੱਖਦੇ ਹਨ? ਤੇ ਇਸ਼ੂ ਇਹ ਹੈ ਪੱਲੂ ਸਾਹਿਬ ਕਿ ਅਸੀਂ ਡਿਸਕਸ ਕਰ ਰਹੇ ਹਾਂ ਕਿ ਕਿੱਦਾਂ ਅਸੀਂ ਮੇਨ ਸਟ੍ਰੀਮ 'ਚ ਮਰਜ ਹੋਈਏ, ਉਹ 'ਚ ਲੀਡਰਸ਼ਿਪ ਆਪਣੀ ਮਰਜ ਹੋਈਏ, ਉਹ 'ਚ ਕੰਪੀਟ ਕਰਕੇ ਅਸੀਂ ਹੋਰ ਪ੍ਰੋਗਰੈਸ ਕਰੀਏ, ਔਰ ਉਹ 'ਚ ਅਸੀਂ ਖੁਸ਼ ਵੀ ਰਵਾਂਗੇ ਕਿਉਂਕਿ ਅਸੀਂ ਕਾਫੀ ਕੁਝ ਉਹਨਾਂ ਨਾਲ ਮਿਕਸਅਪ ਕਰਾਂਗੇ, ਉਹਨਾਂ ਕੋਲੋਂ ਸਿੱਖਾਂਗੇ ਔਰ ਕਾਫੀ ਕੁਝ ਉਹਨਾਂ ਨੂੰ ਵੀ ਸਿਖਾਵਾਂਗੇ। ਜੀ। ਅਮਰੀਕਾ ਔਰ ਕੈਨੇਡਾ ਦਾ ਮਾਡਲ 'ਚ ਥੋੜੀ ਜਿਹੀ ਡਿਫਰੈਂਸ ਰਹੀ ਹੈ ਪੱਲੂ ਸਾਹਿਬ। ਅਮਰੀਕਾ ਦਾ ਜੋ ਕਨਸੈਪਟ ਸੀਗਾ, ਜਿਹੜੇ ਇਮੀਗ੍ਰੈਂਟ ਆਉਂਦੇ ਆ, ਉਹਨਾਂ ਨੇ ਇੱਕ ਮੈਲਟਿੰਗ ਪੌਟ, ਕਿ ਇੱਕ ਪੌਟ 'ਚ ਪਾਤੇ ਕੜੇ 'ਚ, ਉਹ 'ਚ ਉਬਲ ਜਾਓਗੇ, ਸਾਰੇ ਇਕੱਠੇ ਹੋ ਜਾਓਗੇ। ਤਾਂ ਉਹਨਾਂ ਨੇ ਬਾਈ ਡਿਜ਼ਾਈਨ ਕੋਈ ਇਹੋ ਜਿਹੀਆਂ ਨਾ ਬਰੈਂਪਟਨ ਵਰਗੀ ਸਿਟੀ ਨਾ ਮਰਜ ਕਰੇ, ਸਰੀ ਵਰਗੀ, ਪੂਰੇ ਅਮਰੀਕਾ 'ਚ ਖਿੰਡੇ ਹੋਏ ਨੇ ਸਿੱਖ। ਠੀਕ ਹੈ। ਹਾਲਾਂਕਿ ਕਾਫੀ ਰਿਸਪੈਕਟਡ ਨੇ। ਇਨੀਸ਼ੀਅਲੀ ਤਾਂ ਉੱਥੇ ਕਾਫੀ ਆਪਣੇ ਸਿੱਖ ਆਏ ਸੀਗੇ ਜਿਹੜੇ ਕਿ ਡਾਕਟਰ, ਇੰਜੀਨੀਅਰ ਔਰ ਕਾਫੀ ਇੰਟੈਲੈਕਚੁਅਲ ਸੀਗੇ। ਹਾਂਜੀ। ਫਿਰ ਉਹ ਤੋਂ ਬਾਅਦ 'ਚ ਕਾਫੀ ਇਸ ਵੇਲੇ ਲੇਬਰ ਵੀ ਆ ਰਹੀ ਹੈ, ਪਰ ਉਹ ਕਿਉਂਕਿ ਅਮਰੀਕਾ ਐਡਾ ਵੱਡਾ ਹੈ, ਉਹ 2-3 ਸਾਲ ਮਿਹਨਤ ਕਰਕੇ ਆਪਣਾ ਕੋਈ ਨਾ ਕੋਈ ਮੋਟਰ ਜਾਂ ਕੋਈ ਨਾ ਕੋਈ ਗੈਸ ਸਟੇਸ਼ਨ, ਕੋਈ ਨਾ ਕੋਈ ਛੋਟਾ ਬਿਜ਼ਨਸ ਲੈ ਲੈਂਦੇ ਆ। ਜੀ। ਹਾਲਾਂਕਿ ਕੈਲੀਫੋਰਨੀਆ 'ਚ ਕਨਸੈਂਟਰੇਟ ਹੋਏ ਆ, ਪਰ ਇੰਨੇ ਵੀ ਕਨਸੈਂਟਰੇਟ ਨਹੀਂ ਹੈ ਜਿੰਨਾ ਕਿ ਬਰੈਂਪਟਨ ਔਰ ਸਰੀ 'ਚ ਹੋ ਗਿਆ। ਜੀ। ਪਰ ਜੇ ਅਸੀਂ ਇੱਥੇ ਆਈਏ ਕੈਨੇਡਾ 'ਚ, ਇਹਨਾਂ ਦਾ ਰਿਹਾ ਮਲਟੀਕਲਚਰ। ਹਾਂਜੀ। ਮਲਟੀਕਲਚਰ 'ਤੇ ਕੀ ਇਹਨਾਂ ਨੇ ਇਹ ਹੋਇਆ ਕਿ ਜਾਂ ਇਹਨਾਂ ਨੇ ਬਾਈ ਡਿਜ਼ਾਈਨ ਕੀਤਾ, ਬਾਈ ਡਿਫਾਲਟ ਹੋ ਗਿਆ ਕਿ ਉਹ ਕਲਚਰ ਦੀਆਂ ਪਾਕਟਸ ਬਣ ਗਈਆਂ। ਜੀ। ਕੋਈ ਚਾਈਨੀਜ਼ ਪਾਕਟ ਬਣ ਗਈ, ਕੋਈ ਆਪਣੇ ਇੰਡੀਅਨ ਪਾਕਟ ਬਣ ਗਈ, ਉਹ 'ਚ ਆਪਣੇ ਸਿੱਖ ਦੀ ਪਾਕਟ ਬਣ ਗਈ ਜਾਂ ਮੁਸਲਮਾਨ ਦੀ ਪਾਕਟ ਬਣ ਗਈ। ਉਹ ਜਿਹੜੀਆਂ ਪਾਕਟਸ ਹੈ ਓਵਰਆਲ ਜੇ ਤੁਸੀਂ ਸਟੱਡੀ ਕਰੀਏ, ਉਹ ਕੰਟਰੀ ਲਈ ਵੀ ਹਿੱਤ 'ਚ ਨਹੀਂ ਹੈ, ਕਿਉਂਕਿ ਫਿਰ ਉਹ ਚਲੋ ਡਿਫਰੈਂਟਲੀ ਕਲੈਸ਼ ਹੋ ਜਾਂਦਾ। ਜੀ। ਔਰ ਉਸ ਕਮਿਊਨਿਟੀ ਦੇ ਵੀ ਹਿੱਤ 'ਚ ਨਹੀਂ ਹੈ। ਉਹ ਉਸ ਵੇਲੇ ਤਾਂ ਚਲੋ ਬਣ ਗਈ ਹੈ, ਪਰ ਹੁਣ ਸਾਨੂੰ ਇਹ ਸੋਚਣ ਦੀ ਲੋੜ ਹੈਗੀ ਹੈ ਕਿ ਇਹਨੂੰ ਕਿਸ ਤਰ੍ਹਾਂ ਆਪਾਂ ਬ੍ਰੇਕ ਕਰੀਏ। ਇੱਕ ਜਿਹੜਾ ਆਊਟਲੈਟ ਤੁਸੀਂ ਦੱਸਿਆ ਕਿ ਕਾਫੀ ਲੋਕਾਂ ਨੇ ਜਿਨ੍ਹਾਂ ਨੇ ਹੁਣ ਚੰਗਾ ਪੈਸਾ ਪੂਸਾ ਬਣਾ ਲਿਆ, ਉਹ ਹੁਣ ਫਾਰਮ ਖਰੀਦ ਰਹੇ ਆ। ਜੀ। ਪਰ ਇਸ ਵੇਲੇ ਤੱਕ ਉਹ ਫਾਰਮ ਸਿਰਫ ਖਰੀਦ ਰਹੇ ਕਿਉਂਕਿ ਉਹਨਾਂ ਕੋਲ ਪੈਸਾ ਪਿਆ, ਉਹਨਾਂ ਨੂੰ ਪਤਾ ਲੱਗਦਾ ਕਿ ਚੰਗੇ ਸਸਤੀ ਜ਼ਮੀਨ ਮਿਲ ਜਾਂਦੀ ਹੈ ਤਾਂ ਅਸੀਂ ਆਫਟਰ ਆਲ ਐਗਰੀਕਲਚਰਿਸਟ ਹੀ ਹੈ ਨਾ। ਐਗਜ਼ੈਕਟਲੀ। ਸਾਡਾ ਦਿਲ ਵੀ ਕਰਦਾ, ਉਹ ਖਰੀਦ ਕੇ ਤਾਂ ਉਹਨਾਂ ਨੇ ਰੱਖ ਲਿਆ। ਇੱਥੋਂ ਦੀ ਐਗਰੀਕਲਚਰ ਸਮਝਣ ਦੀ ਕੋਸ਼ਿਸ਼ ਹਾਲੇ ਬਹੁਤ ਘੱਟ, 1-2% ਨੇ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਇੱਥੇ ਦੀ ਐਗਰੀਕਲਚਰ ਇੰਨੀ ਚੰਗੀ ਨਹੀਂ ਹੈ ਜਿੱਦਾਂ ਪੰਜਾਬ 'ਚ ਸੀਗੀ, ਪਰ ਇੰਨੀ ਮਾੜੀ ਵੀ ਨਹੀਂ ਹੈ ਕਿ ਤੁਸੀਂ ਉਹਦੇ 'ਚੋਂ ਚੰਗਾ ਪ੍ਰੋਫਿਟ ਨਾ ਕੱਢ ਸਕੋ। ਔਰ ਬੈਕ ਟੂ ਰੂਟਸ, ਬੈਕ ਟੂ ਬੇਸਿਕਸ, ਮੇਰੇ ਖਿਆਲ ਇਹ ਕਨਸੈਪਟ ਵੀ ਇਹਨਾਂ ਨੂੰ ਨੈਟਵਰਕ ਕੀਤਾ ਜਾਵੇ। ਜਿਵੇਂ ਕੈਨੇਡਾ 'ਚ ਕਾਫੀ ਫਾਰਮਰਸ ਨੇ, ਹਾਂਜੀ, ਪਰ ਜੇ ਉਹਨਾਂ ਨੂੰ ਇੰਡੀਵਿਜੂਅਲੀ ਦੇਖੀਏ, ਉਹਨਾਂ ਨੇ 40-40 ਏਕੜ 100 ਏਕੜ ਲੈ ਕੇ ਰੱਖ ਲਈ ਹੈ, ਹਾਂਜੀ, ਪਰ ਵੇਖੀਏ ਉੱਥੇ ਖੇਤੀ ਕਰਨ ਵਾਲੇ 4-5 ਹੀ ਨਜ਼ਰ ਆਉਂਦੇ ਨੇ, ਨਾ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਨਾ, ਔਰ ਰਹਿਣ ਵਾਲੇ ਵੀ ਘੱਟ ਨੇ। ਇਹ ਐਕਸਪੈਂਸ਼ਨ ਸਾਨੂੰ ਸੋਚ ਲੈਣੀ ਚਾਹੀਦੀ ਵੀ ਇੱਕ ਪਾਸੇ ਨੂੰ ਐਕਸਪੈਂਸ਼ਨ, ਵੈਸੇ ਨਿਆਗਰਾ ਫਾਲ ਨਾਲ ਨੂੰ ਐਕਸਪੈਂਸ਼ਨ ਹੋ ਰਹੀ ਹੈ, ਸਾਡੀ ਕਮਿਊਨਿਟੀ ਮੂਵ ਕਰ ਰਹੀ ਹੈ, ਥੋੜੀ ਹੋਰ ਅਸੀਂ ਜੇ ਇਹ ਤੇ ਸੋਚੀਏ, ਜਿਹੜੇ ਸਾਡੇ ਬਿਲਡਰ ਨੇ ਉਹ ਇਸ ਤਰ੍ਹਾਂ ਇਹਨਾਂ ਟਾਊਨ 'ਤੇ ਜਾਣੇ ਇੱਕ ਤਾਂ ਸਸਤੇ
ਘਰ ਮਿਲ ਜਾਣਗੇ ਲੋਕਾਂ ਨੂੰ ਜੀ। ਔਰ ਦੂਸਰਾ ਉੱਥੇ ਜੌਬ ਵੀ ਮਿਲ ਜਾਣਗੇ ਔਰ ਆਈ ਥਿੰਕ ਇਟ ਬੀ ਅ ਬੈਟਰ ਥਿੰਗ। ਇਹ ਤੋਂ ਬਾਅਦ ਹੋਰ ਵੀ ਕਈ ਚੀਜ਼ਾਂ ਸਾਨੂੰ ਸੋਚਣ ਦੀ ਲੋੜ ਹੈ। ਨੋ ਡਾਊਟ ਜੀ, ਜੇਕਰ ਆਪਾਂ ਅਮਰੀਕਾ ਦੀ ਗੱਲ ਕਰਦੇ ਹਾਂ ਤੇ ਉੱਥੇ ਵੱਡੀ ਖੇਤੀਬਾੜੀ ਆਪਣੇ ਲੋਕਾਂ ਪਾਸ ਹੈ। ਕੈਨੇਡਾ ਤੇ ਅਮਰੀਕਾ ਦੇ ਵਿੱਚ ਟਰੱਕਿੰਗ ਇੰਡਸਟਰੀ ਆਪਣੇ ਕਾਫੀ ਹਨ, ਹੋਟਲ ਮੋਟਲ ਇੰਡਸਟਰੀ ਹੈ, ਗੈਸ ਸਟੇਸ਼ਨ ਔਰ ਲਿਕਰ ਸਟੋਰ ਜਿਹੜੇ ਕਿ ਅਮਰੀਕਾ ਦੇ ਵਿੱਚ ਕਾਫੀ ਆਪਣੀ ਕਮਿਊਨਿਟੀ ਦੇ ਪਾਸ ਹਨ। ਲੇਕਿਨ ਜੇਕਰ ਆਪਾਂ ਇੱਥੋਂ ਦੀ ਗੱਲ ਕਰਦੇ ਹਾਂ, ਜੇਕਰ ਇੱਕ ਜਗ੍ਹਾ ਤੇ ਬ੍ਰਿਗੇਡੀਅਰ ਸਾਹਿਬ ਆਪਣੇ ਲੋਕੀ ਰਹਿ ਰਹੇ ਸਨ ਜਿੱਦਾਂ ਬਰੈਂਪਟਨ ਜਾਂ ਮਿਸਿਸਾਗਾ ਜਾਂ ਰੈਕਸਡੇਲ ਦੇ, ਉਹਦੇ ਵਿੱਚ ਇੱਕ ਜ਼ਰੂਰ ਫਾਇਦਾ ਹੋਇਆ ਕਿ ਅਸੀਂ ਆਪਣੀ ਪੋਲੀਟੀਕਲ ਦਿੱਖ ਬਣਾ ਸਕੇ। ਜੇਕਰ ਸਾਡੀ ਇੰਨੀ ਗਿਣਤੀ ਇੱਕ ਇਲਾਕੇ ਦੇ ਵਿੱਚ ਨਾ ਰਹਿੰਦੀ, ਸ਼ਾਇਦ ਅਸੀਂ ਉਸ ਪੱਖ ਤੋਂ ਜਿਹੜਾ ਪੋਲੀਟੀਕਲ ਜਿਹੜੇ ਸਾਡੇ ਪਾਸ ਇਸ ਵੇਲੇ ਸਟਰੈਂਥ ਆ ਉਹ ਨਾ ਬਣਦੀ। ਇਹ ਇੱਕ ਪੋਜ਼ਿਟਿਵ ਵੀ ਪੁਆਇੰਟ ਹੈ। ਨਹੀਂ, ਪੋਜ਼ਿਟਿਵ ਕਾਫੀ ਹੋਇਆ ਕਿ ਪੋਲੀਟੀਕਲੀ ਇੰਨੀਆਂ ਅਸੀਂ ਸੀਟਾਂ ਲੈ ਗਏ ਆ। ਪਰ ਸਾਨੂੰ ਇਹ 'ਚ ਵੀ ਇੱਕ ਚੀਜ਼ ਸੋਚਣ ਦੀ ਲੋੜ ਹੈ ਕਿ ਸਾਨੂੰ ਲੋੜ ਹੈਗੀ ਆ ਹੁਣ ਕੁਆਲਿਟੀ ਦੀ, ਨਾ ਕਿ ਕੁਆਂਟੀਟੀ ਦੀ। ਐਗਜ਼ੈਕਟਲੀ। ਜੇ 20 MP ਚਲੇ ਗਏ ਤੇ ਜੇ 20 MP ਵਾਲੇ ਕੁਛ ਉਹ ਸਾਨੂੰ ਚਾਹੀਦਾ 20 ਦੀ ਜਗ੍ਹਾ ਇੱਕ ਅੱਧਾ MP ਚੰਗਾ ਹੋਵੇ ਜਿਹੜਾ ਕਿ ਉੱਥੇ ਜਾ ਕੇ ਆਪਣੀ ਆਵਾਜ਼ ਉਠਾ ਸਕਦਾ ਔਰ ਲੋਕਾਂ ਨੂੰ ਦਿਖਾ ਸਕਦਾ ਕਿ ਮੇਰੇ 'ਚ ਕੈਪੇਬਿਲਿਟੀ ਹੈ। ਹਾਂਜੀ, ਇਹ ਵੀ ਸਾਨੂੰ ਥੋੜਾ ਕੁਆਲਿਟੀ ਵੱਲ ਜਾਣ ਦੀ ਲੋੜ ਹੈਗੀ ਹੈ ਜੀ, ਨਾ ਕਿ ਵੀ ਸਾਨੂੰ ਨੰਬਰ 'ਤੇ ਅਸੀਂ ਖੁਸ਼ ਹੋ ਜਾਈਏ। ਯੈਸ, ਨੰਬਰ ਨਾਲ ਫਰਕ ਪੈਂਦਾ, ਖੁਸ਼ੀ ਹੁੰਦੀ ਹੈ, ਪਰ ਮੇਰੇ ਖਿਆਲ ਕੁਆਲਿਟੀ ਹੁਣ ਇੱਥੇ ਆਉਣ ਦੀ ਲੋੜ ਹੈ। ਅਸੀਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ, ਜੇਕਰ ਉਹਨਾਂ ਦਾ ਕੋਈ ਵਿਚਾਰ ਹੈ ਕਿ ਆਪਣੀ ਜਿਹੜੀ ਸਿੱਖਾਂ ਦੀ, ਖਾਸ ਕਰਕੇ ਪੰਜਾਬੀਆਂ ਦੀ, ਭਾਰਤੀਆਂ ਦੀ ਜਿਹੜੀ ਇੱਥੇ ਦਿੱਖ ਪੈਦਾ ਹੋਈ ਹੈ ਉਸ ਨੂੰ ਕਿੱਦਾਂ ਬਰਕਰਾਰ ਰੱਖਣਾ ਹੈ, ਸੋ ਨੰਬਰ ਹੋਵੇਗਾ 416 741 9600 ਜਾਂ 416 640 0200। ਟੈਲੀਵਿਜ਼ਨ ਤੇ ਤੁਸੀਂ ਨੰਬਰ ਵੇਖ ਕੇ ਸਾਨੂੰ ਡਾਇਲ ਕਰ ਸਕਦੇ ਹੋ। ਰੇਡੀਓ ਵਾਲਿਆਂ ਵਾਸਤੇ ਨੰਬਰ ਹੈ 416 640 0200 ਜਾਂ 416 741 9600। ਤੁਹਾਡੀ ਇਨਪੁਟ ਦੀ ਸਾਨੂੰ ਬਹੁਤ ਜ਼ਰੂਰਤ ਹੈ ਤਾਂ ਕਿ ਅਸੀਂ ਉਸ ਡਾਇਰੈਕਸ਼ਨ ਨੂੰ ਤੁਰ ਸਕੀਏ। ਇਸ ਤੋਂ ਇਲਾਵਾ ਬ੍ਰਿਗੇਡੀਅਰ ਸਾਹਿਬ, ਆਪਣੀ ਜਿਹੜੀ ਕਮਿਊਨਿਟੀ ਹੈ, ਬੱਚੇ ਜਿਹੜੇ ਹਨ ਉਹ ਵੀ ਕਾਫੀ ਸੋਹਣੇ ਪਦਵੀਆਂ ਤੇ ਜਾ ਰਹੇ ਹਨ, ਲੇਕਿਨ ਇਸ ਵੇਲੇ ਇੱਕ ਹੋਰ ਮੈਨੂੰ ਵੀਕਨੈਸ ਜਿਹੜੀ ਭਾਰਤੀ ਹੋਣ ਦੇ ਨਾਤੇ ਮੈਨੂੰ ਇਹ ਵੀਕਨੈਸ ਮਹਿਸੂਸ ਹੋ ਰਹੀ ਹੈ ਕਿ ਬਾਕੀ ਕਮਿਊਨਿਟੀਆਂ, ਜਿਸ ਤਰ੍ਹਾਂ ਸਾਡੀ ਮੁਸਲਿਮ ਕਮਿਊਨਿਟੀ ਹੈ ਭਾਰਤ ਤੋਂ ਜਾਂ ਪਾਕਿਸਤਾਨ ਤੋਂ, ਇਸੇ ਪ੍ਰਕਾਰ ਗੁਜਰਾਤੀ ਕਮਿਊਨਿਟੀ ਹੈ, ਇਸੇ ਪ੍ਰਕਾਰ ਹਿੰਦੂ ਕਮਿਊਨਿਟੀ ਹੈ ਜਾਂ ਹੋਰ ਪਾਰਟ ਆਫ ਦਾ ਇੰਡੀਆ ਜਿਹੜੇ ਆ, ਉਹ ਸਾਡੇ ਤੋਂ, ਖਾਸ ਕਰਕੇ ਪੰਜਾਬੀਆਂ ਤੋਂ ਦੂਰੀ ਬਣਾ ਕੇ ਰੱਖਦੇ ਹਨ। ਉਹਦੀ ਵਜ੍ਹਾ ਕੀ ਤੁਸੀਂ ਮਹਿਸੂਸ ਕੀਤੀ ਹੈ? ਉਹ ਕਿਉਂ ਨਹੀਂ ਆਪਸ ਵਿੱਚ ਵੀ ਇਕੱਠੇ ਹੋ ਕੇ ਕੋਈ ਮੁਸ਼ਕਲ ਆਉਂਦੀ ਹੈ ਉਸ ਨੂੰ ਫੇਸ ਕਰਨ, ਉਹਦੇ ਅੱਗੇ ਖੜੇ ਹੋਣ ਤੇ ਸਟਰੈਂਥ ਕਈ ਗੁਣਾ ਵੱਧ ਸਕਦੀ ਹੈ? ਇਹ ਕੀ ਕਾਰਨ ਹੈ? ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜਾ ਇੱਕ ਗੈਪ ਜਿਹਾ ਹੈ ਇਹ ਭਰਿਆ ਨਹੀਂ ਜਾ ਰਿਹਾ, ਸਗੋਂ ਇਹ ਵੱਧਦਾ ਜਾ ਰਿਹਾ, ਇਹਦੇ ਕੀ ਕਾਰਨ? ਇਹ ਪੰਨੂ ਸਾਹਿਬ, ਦੋ ਤਿੰਨ ਕਾਰਨ ਨੇ ਇਹਦੇ ਕਿ ਇਹ ਬੜਾ ਐਕਚੁਅਲੀ ਸਾਡੀ ਸਟਰੈਂਥ, ਤੁਹਾਡਾ ਬਿਲਕੁਲ ਠੀਕ ਹੈ ਕਿ 3-4 ਗੁਣਾ ਹੋ ਸਕਦੀ ਹੈ ਜੇ ਅਸੀਂ ਓਵਰਆਲ ਇੰਡੀਅਨ ਕਮਿਊਨਿਟੀ ਇੱਥੇ ਜਿਹੜੀ ਹੈਗੀ ਹੈ, ਜੇ 'ਚ ਗੁਜਰਾਤੀ ਨੇ, ਸਾਊਥ ਇੰਡੀਅਨ ਨੇ, ਮੁਸਲਿਮ ਭਾਈਚਾਰਾ ਹੈਗਾ, ਹੋਰ ਵੀ ਸਟੇਟਸ ਦੇ ਲੋਕ ਨੇ, ਜੇ ਉਹਨਾਂ ਨੂੰ ਕਨੈਕਟ ਕੀਤਾ ਜਾਵੇ। ਪਰ ਰੀਜ਼ਨ ਇਹ ਹੈ ਜਿਹੜੇ ਕਿ ਪਹਿਲਾਂ ਜਿਹੜੇ ਇਮੀਗ੍ਰੈਂਟ ਇੱਥੇ ਆਏ ਆ ਉਹਨਾਂ ਨੇ ਕੁਝ ਸੋਸ਼ਲ ਆਰਗੇਨਾਈਜੇਸ਼ਨ ਜਾਂ ਰਿਲੀਜੀਅਸ ਆਰਗੇਨਾਈਜੇਸ਼ਨ ਦੇ ਹੈੱਡ ਬਣੇ ਆ ਜੀ, ਤਾਂ ਉਹਨਾਂ ਨੇ ਉਹਨਾਂ 'ਤੇ ਥੋੜ੍ਹਾ ਜਿਹਾ ਕਬਜ਼ਾ ਜਿਹਾ ਹੀ ਕਰ ਲਿਆ ਆ, ਕਿਉਂਕਿ ਉਹਨਾਂ ਨੇ ਫੇਅਰ ਐਂਡ ਉਹਨਾਂ ਨੂੰ ਚਾਹੀਦਾ ਸੀ ਵੀ ਮੂਵ ਹੁੰਦਾ ਰਹਿੰਦਾ ਨਵੇਂ, ਉਹ ਕਬਜ਼ਾ ਉਹਨਾਂ ਨੇ ਕਰਕੇ ਇੱਕ ਉਸ ਵੇਲੇ ਇੱਕ ਇਮੇਜ ਜਿਹਾ ਬਣਾਤਾ, ਖਾਸ ਕਰਕੇ ਸਾਡੀ ਕਮਿਊਨਿਟੀ ਦਾ, ਕਿਉਂਕਿ ਕੁਛ ਇੱਕ 84 ਦੀਆਂ ਘਟਨਾਵਾਂ ਇਹੋ ਜਿਹੀਆਂ ਹੋਈਆਂ ਔਰ ਕੁਛ ਇੱਕ ਆਰਗੇਨਾਈਜੇਸ਼ਨ ਨੇ ਵੀ ਐਂਟੀ ਹਿੰਦੂ ਜਾਂ ਐਂਟੀ ਬਾਕੀ ਜਿਹੜੇ ਇੰਡੀਅਨ ਉਹ ਸੈਂਟੀਮੈਂਟਸ ਜਿਹੇ ਪ੍ਰੋਵਾਈਡ ਕਰਨੇ ਛੱਡ ਦਿੱਤੇ। ਉਸ ਵੇਲੇ ਸ਼ਾਇਦ ਉਹਨਾਂ ਦੀ ਲੋੜ ਵੀ ਸੀਗੀ, ਪਰ ਹੁਣ ਮੇਰੇ ਖਿਆਲ ਉਹਨਾਂ ਨੂੰ ਰੀਥਿੰਕ ਕਰਨਾ ਚਾਹੀਦਾ। ਸਿਮਿਲਰਲੀ ਬਾਕੀ ਕਮਿਊਨਿਟੀਆਂ ਵੀ ਜਿਹੜੇ ਜਿਸ ਤਰ੍ਹਾਂ ਗੁਜਰਾਤੀ ਭਾਈਚਾਰਾ ਹੈਗਾ, ਹਿੰਦੂ ਭਾਈਚਾਰਾ ਹੈ, ਮੁਸਲਿਮ ਭਾਈਚਾਰਾ, ਉਹ ਵੀ ਸਾਡੇ ਕੋਲੋਂ ਡਿਸਟੈਂਸ ਬਣਾਉਂਦੇ ਰਹੇ। ਓਵਰਆਲ ਅਸੀਂ ਦੇਖੀਏ ਚਾਰੋਂ ਹੀ ਕਮਿਊਨਿਟੀ ਇੱਕ ਦੂਜੇ ਤੋਂ ਡਿਸਟੈਂਸ ਬਣਾ ਕੇ ਖੁਸ਼ ਨੇ, ਕਿਉਂਕਿ ਜਿਨ੍ਹਾਂ ਦਾ ਉਹ ਇਸ ਵੇਲੇ ਉਹ ਲੀਡਰਸ਼ਿਪ 'ਤੇ ਨੇ, ਉਹ ਚਾਹੁੰਦੇ ਨਹੀਂ ਹੈ ਕਿ ਉਹਨਾਂ ਦੀ ਲੀਡਰਸ਼ਿਪ ਨੂੰ ਕਿਤੇ ਕਿਸੇ ਤਰ੍ਹਾਂ ਵੀ ਢਾਹ ਲੱਗੇ, ਉਹ ਆਪਣੇ ਸਟੇਟਸ ਕੋ 'ਚ ਖੁਸ਼ ਹੈ। ਪਰ ਸਾਨੂੰ ਹੁਣ ਲੋੜ ਹੈ ਕਿ ਇਹ 'ਤੇ ਇਨੀਸ਼ੀਏਟਿਵ ਲਿਆ ਜਾਵੇ। ਜਿਵੇਂ ਮੈਂ ਕਿਹਾ ਕਿ ਸਾਡੀ ਕਮਿਊਨਿਟੀ 'ਚ ਵਿਜ਼ਾ ਵੀ ਬਾਕੀ ਹੁਣ ਬਾਕੀ ਫੋਲੋ ਕਰ ਰਹੀਆਂ ਸਾਨੂੰ। ਐਕਚੁਅਲੀ ਕਈ ਗੁਜਰਾਤੀ ਲੀਡਰ ਮੈਨੂੰ ਪੁੱਛਦੇ ਆ ਜੀ ਵੀ ਤਾਂ ਆਪ ਬੜਾ ਅੱਛਾ ਕਰ ਰਹੇ ਆ, ਹਮ ਵੀ ਕਰਨਾ ਚਾਹਤੇ। ਮੈਂ ਬਿਲਕੁਲ ਸਾਰਿਆਂ ਲਈ ਇੱਥੇ ਜਗ੍ਹਾ ਹੈਗੀ ਹੈ, ਜੇ ਕੋਈ ਕੈਪੇਬਿਲਿਟੀ ਹੈ ਵਾਈ ਨਾਟ।
ਹਾਂਜੀ। ਉਹ ਵੀ ਸਾਡੇ ਵਾਂਗੂ ਰਿਲੀਜੀਅਸਲੀ ਸੋਸ਼ਲੀ ਵੀ ਕਾਫੀ ਨੈਟਵਰਕ ਕਰ ਰਹੇ ਆ। ਜੀ। ਪਰ ਇਹ ਜਿਹੜੀਆਂ ਕਮਿਊਨਿਟੀਆਂ ਦਾ ਆਪਸ ਵਿੱਚ ਹੀ ਥੋੜਾ ਜਿਹਾ ਇਨੀਸ਼ੀਏਟਿਵ ਸਾਡੀ ਕਮਿਊਨਿਟੀ ਨੂੰ ਹੀ ਲੈਣਾ ਪੈਣਾ, ਕਿਉਂਕਿ ਉਹ ਔਰ ਸਿਰਫ ਅਸੀਂ ਉਹਨਾਂ ਕਹਿੰਦੇ ਵੀ ਤੁਸੀਂ ਜੁਆਇਨ ਕਰੋ, ਇਫ ਜੇ ਸਾਡੇ ਕੋਲੋਂ ਬੈਟਰ ਹੋ ਤੁਸੀਂ ਲੀਡਰ ਬਣ ਜਾਓ, ਜੇ ਅਸੀਂ ਆ ਤਾਂ ਸਾਡੀ ਲੀਡਰਸ਼ਿਪ ਐਕਸੈਪਟ ਕਰ ਲਓ ਐਂਡ ਵੀ ਵਿਲ ਲਿਵ ਟੁਗੇਦਰ। ਉਹਨਾਂ ਕਿ ਸਾਡਾ ਬੇਸ ਹੋਰ ਵੱਧ ਸਕਦਾ, ਵੱਡਾ ਹੁੰਦਾ। ਕੀ ਤੁਸੀਂ ਸਮਝੋ ਕਿ ਜਿਹੜੇ ਪੋਲੀਟੀਕਲੀ ਜਿਹੜੀਆਂ ਪਾਰਟੀਆਂ ਹਨ ਉਹ ਵੀ ਕੁਝ ਆਪਣੀ ਕਮਿਊਨਿਟੀ ਦੇ ਵਿੱਚ ਡਿਵੀਜ਼ਨ ਕਰਨ ਦੇ ਵਿੱਚ ਸਹਾਈ ਹੋ ਰਹੀਆਂ? ਕਿਉਂਕਿ ਜੇਕਰ ਆਪਾਂ ਵੇਖੀਏ ਕੰਜ਼ਰਵੇਟਿਵ ਹੈ ਉਹ ਇੱਕ ਵਰਗ ਨੂੰ ਜ਼ਿਆਦਾ ਬਿਹਤਰ ਸਮਝਦੀ ਹੈ ਤੇ ਲਿਬਰਲ ਹੈ ਉਹ ਇੱਕ ਵਰਗ ਨੂੰ ਸਮਝਦੀ ਹੈ। ਆਪਾਂ ਨਾਂ ਨਹੀਂ ਲੈਣਾ ਚਾਹੁੰਦੇ ਪਰ ਸਾਰਿਆਂ ਨੂੰ ਅੰਡਰਸਟੈਂਡਿੰਗ ਹੀ ਹੈ ਕਿ ਕੰਜ਼ਰਵੇਟਿਵ ਕਿੱਧਰ ਝੁਕਾਓ ਰੱਖਦੀ ਹੈ ਤੇ ਲਿਬਰਲ ਕਿਹੜੇ ਗਰੁੱਪ ਵੱਲ, ਕਿਹੜੀ ਬਰਾਦਰੀ ਵੱਲ ਝੁਕਾਓ ਰੱਖਦੀ ਹੈ। ਕੀ ਤੁਸੀਂ ਸਮਝੋ ਕਿ ਉਹ ਪੋਲੀਟੀਕਲੀ ਜਿਹੜੇ ਮੋਟੀਵੇਟਡ ਉਹਨਾਂ ਦੇ ਡਿਸੀਜਨ ਹਨ ਕਿ ਇਹ ਵਰਗ ਨੂੰ ਅਸੀਂ ਕੰਸਟੀਚੁਐਂਸੀ ਦੇ ਵਿੱਚੋਂ ਨੋਮੀਨੇਟ ਕਰਾਂਗੇ ਤੇ ਅਸੀਂ ਜਿੱਤਾਂਗੇ, ਕਿ ਇਹ ਆਉਣ ਵਾਲੇ ਟਾਈਮ ਤੇ ਹੋਰ ਡਿਵੀਜ਼ਨ ਨਹੀਂ ਕਰ ਰਹੇ ਸਾਡੀ ਕਮਿਊਨਿਟੀ ਦੇ ਵਿੱਚ ਪੋਲੀਟੀਕਲੀ? ਐਕਚੁਅਲੀ ਪਹਿਲਾਂ ਤਾਂ ਕਦੀ ਵੀ ਇਹ ਜਿਹੜੀਆਂ ਐਡਵਾਂਸ ਕੰਟਰੀ ਦੀ ਡੈਮੋਕ੍ਰੇਸੀ ਦੀ ਐਗਜ਼ਾਮਪਲ ਇੰਡੀਆ 'ਚ ਅਸੀਂ ਹਾਲੇ ਤੱਕ ਗੱਲ ਕਰਦੇ ਰਹੇ ਹਾਂ, ਪਰ ਹੁਣ ਤੁਸੀਂ ਦੇਖਿਓ ਕਿ ਇਵਨ ਐਡਵਾਂਸ ਕੰਟਰੀ ਦੀ ਜਿਹੜੀ ਵੈਲਿਊਜ਼ ਹੈ ਉਹ ਡੈਮੋਕ੍ਰੇਸੀ ਦੀਆਂ ਉਹ ਵੀ ਡਾਊਨ ਜਾ ਰਹੀਆਂ। ਕਿ ਅਮਰੀਕਾ ਦਾ ਮਾਡਲ ਵੀ ਵੇਖ ਲਈਏ, ਇੱਥੇ ਵੀ ਐਮਰਜ ਹੋ ਰਿਹਾ ਕਿ ਉਹ ਕੋਸ਼ਿਸ਼ ਕਰ ਰਿਹਾ ਕਿ ਵਨ ਅਗੇਂਸਟ ਅਦਰ। तो पिछली इलैक्शन से एक्चुअली उन्होंने कोशिश की सी, सगों मेरे ख्याल उन्होंने थोड़े जे फेलियर हुई है। हाँ जी। कि पर साडी कम्यूनिटी दे खासकर जिहड़े लीडर्स है ना वो कई बार विक जाते हैं सारिया कम्यूनिटियां दे जी। उन्होंने किसी ना किसी का फंडिंग दे के या कुछ होर इंसेंटिव दे के जो फिर वो कॉल देंगे तो उधर कम्यूनिटी ये थोड़ा साडी कम्यूनिटी नूं मेरे ख्याल ढाल आने वाली गल है कि सानू भी सुचेत होना चाहिए कि ਇਹ ਨਾ ਹੋਵੇ ਕਿ ਇੱਕ ਕਮਿਊਨਿਟੀ ਦੂਸਰੀ ਪਾਰਟੀ ਨੂੰ ਮਤਲਬ ਜਿਹੜਾ ਚੰਗਾ ਹੈਗਾ ਜਿਹੜਾ ਕੰਪੀਟੈਂਟ ਹੈ ਉਹਨੂੰ ਵੋਟ ਪਾਈਏ, ਨਾ ਕਿ ਅਸੀਂ ਵੀ ਹਾਂਜੀ ਅਸੀਂ ਸਾਰੇ ਸਿੱਖਾਂ ਨੇ ਇਹਨੂੰ ਵੋਟ ਪਾਉਣੀ ਹੈ ਜਾਂ ਬਾਕੀ ਭਾਈਚਾਰੇ ਨੇ ਇਹਨੂੰ ਪਾਉਣੀ ਹੈ। ਇਹ ਗਲਤੀ ਹੋਈ ਹੈ ਪਿੱਛੇ। ਹਾਂਜੀ। ਸੋ ਇਸ ਨੂੰ ਕਰੈਕਟ ਕਰਨ ਦੀ ਜ਼ਰੂਰਤ ਹੈ। ਜੇਕਰ ਇਹਨੂੰ ਨਾ ਕਰੈਕਟ ਕੀਤਾ ਤੇ ਇਹ ਆਈ ਥਿੰਕ ਡਿਵੀਜ਼ਨ ਹੋਰ ਵੱਧਦੀ ਜਾਏਗੀ। ਸੋ ਇਸ ਵੇਲੇ ਰਾਈਟ ਟਾਈਮ ਹੈ ਕਿ ਆਪਾਂ ਮਿਲ ਬੈਠੀਏ ਸਾਰਿਆਂ ਨੂੰ। ਜੇਕਰ ਦੂਸਰੀ ਕਮਿਊਨਿਟੀ ਵਾਲੇ ਨਾਰਾਜ਼ ਹਨ ਤੇ ਆਪਾਂ ਉਹਨਾਂ ਤੱਕ ਪਹੁੰਚ ਕਰੀਏ, ਉਹਨਾਂ ਨੂੰ ਕਹੀਏ ਕਿ ਵੇਖੋ ਤੁਸੀਂ ਜਿਹੜੇ ਤੱਥਾਂ ਤੇ ਨਾਰਾਜ਼ ਹੋ ਅਸੀਂ ਉਹਨਾਂ ਨੂੰ ਉਗਾਂ ਤੋਂ ਜ਼ਰੂਰ ਧਿਆਨ 'ਚ ਰੱਖਦੇ ਹੋਏ ਇਹੋ ਜੀ ਗੱਲ ਨਹੀਂ ਹੋਣ ਦੇਵਾਂਗੇ। ਸ਼ਾਇਦ ਇਸ ਤਰੀਕੇ ਨਾਲ ਕੋਈ ਨਾ ਕੋਈ ਹੱਲ ਲੱਭ ਆਵੇ, ਲੇਕਿਨ ਅਤੀ ਜ਼ਰੂਰਤ ਹੈ ਕਿ ਜਿਸ ਵੀ ਇਲਾਕੇ ਦੇ ਵਿੱਚ ਰਹਿੰਦੇ ਆ ਉੱਥੋਂ ਦੇ ਸਾਰੇ ਵਰਗਾਂ ਨੂੰ ਲੈ ਕੇ ਸਾਨੂੰ ਚੱਲਣ ਦੀ ਜ਼ਰੂਰਤ ਹੈ। ਵਾਈਟ ਕਮਿਊਨਿਟੀ ਨੂੰ, ਬਲੈਕ ਕਮਿਊਨਿਟੀ ਨੂੰ, ਚਾਈਨੀ ਕਮਿਊਨਿਟੀ ਨੂੰ, ਭਾਰਤੀ ਜਾਂ ਫਿਰ ਕੋਈ ਵੀ ਕਮਿਊਨਿਟੀ ਹੈ, ਜਿਹੜਾ ਵੀ ਉੱਥੋਂ ਦਾ ਵਸਨੀਕ ਹੈ ਉਹ ਉੱਥੋਂ ਦਾ ਉਸ ਖੇਤਰ ਦਾ ਪਹਿਲੋਂ ਵਸਨੀਕ ਹੈ ਤੇ ਬਾਅਦ ਦੇ ਵਿੱਚ ਆਪਣੇ ਦੇਸ਼ ਦਾ ਜਿੱਥੋਂ ਉਹ ਬੈਕਗਰਾਉਂਡ ਹੈ ਉੱਥੋਂ ਦਾ ਹੈ। ਸੋ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਨਾਓ ਵੀ ਸੈਟਲਡ ਇਨ ਕੈਨੇਡਾ, ਸੋ ਸਾਡਾ ਕੈਨੇਡਾ ਹੀ ਜਿਹੜਾ ਵਾ ਭਵਿੱਖ ਹੈ, ਸਾਡੇ ਬੱਚਿਆਂ ਨੇ ਇੱਥੇ ਹੀ ਰਹਿਣਾ ਹੈ। ਸੋ ਸਾਨੂੰ ਅਕੋਰਡਿੰਗਲੀ ਜ਼ਰੂਰਤ ਹੈ ਆਪਣੇ ਆਪ ਨੂੰ ਇੱਥੇ ਇਸਟੈਬਲਿਸ਼ ਕਰਨ ਦੀ, ਇੱਥੋਂ ਦੇ ਢਾਂਚੇ ਦੇ ਵਿੱਚ, ਚਾਹੇ ਅਸੀਂ ਭਾਰਤੀ ਹੋਈਏ, ਚਾਹੇ ਅਸੀਂ ਭਾਰਤ ਦੇ ਵਿੱਚੋਂ ਹਿੰਦੂ ਹੋਈਏ, ਸਿੱਖ ਹੋਈਏ, ਮੁਸਲਮਾਨ ਹੋਈਏ ਜਾਂ ਫਿਰ ਈਸਾਈ ਹੋਈਏ। ਇਸੇ ਤਰੀਕੇ ਨਾਲ ਲਾਗੇ ਆਪਣੇ ਗੁਆਂਢੀ ਭਾਰਤ ਦੇ ਵਿੱਚ ਪਾਕਿਸਤਾਨ ਇੱਕ ਦੇਸ਼ ਹੈ, ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਬੰਗਲਾਦੇਸ਼ ਹੈ, ਇਸੇ ਤਰੀਕੇ ਨਾਲ ਸ਼੍ਰੀਲੰਕਾ ਹੈ। ਸੋ ਦੇयर इज ਨੰਬਰ ਆਫ ਕੰਟਰੀ ਜਿਹੜੇ ਕਿ ਲਾਗੇ ਹਨ, ਲੇਕਿਨ ਉਹਨਾਂ ਦੀ ਜੇਕਰ ਆਪਾਂ ਭੂਗੋਲਿਕ ਸਥਿਤੀ ਵੇਖੀਏ ਜਾਂ ਫਿਰ ਉਹਨਾਂ ਦੀ ਬੈਕਗਰਾਉਂਡ ਵੇਖੀਏ ਤੇ ਇੱਕੋ ਹੀ ਵਰਗ ਦੇ ਵਿੱਚੋਂ ਉਹ ਉਪਜੇ ਹੋਏ ਲੋਕੀ ਹਨ। ਸੋ ਮੈਨੂੰ ਇਹ ਮਹਿਸੂਸ ਕਦੀ ਹੁੰਦਾ ਹੈ ਕਿ ਅਜਿਹਾ ਨਾ ਹੋਵੇ ਕਿ ਇੱਥੇ ਵੀ ਗਰੁੱਪ ਆ ਜੀ, ਇੱਥੇ ਵੀ ਧਰਮ ਦੇ ਆਧਾਰ ਤੇ, ਨਸਲ ਦੇ ਆਧਾਰ ਤੇ ਆਪਾਂ ਆਪਣੇ ਆਪ ਨੂੰ ਵੰਡ ਲਈਏ, ਜਿਸ ਤਰ੍ਹਾਂ ਭਾਰਤ ਦੇ ਵਿੱਚ ਮੋਸਟਲੀ ਤੁਸੀਂ ਵੇਖ ਰਹੇ ਹੋ ਕਿ ਹੁਣ ਇਸ ਵੇਲੇ ਇਹ ਵੰਡਿਆ ਜਾ ਰਿਹਾ ਹੈ ਭਾਰਤ। ਸੋ ਲਵੋ ਅਸੀਂ ਇੱਕ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਬਾਅਦ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਪਿਛਲੇ ਦਿਨੀ ਚਾਰਜਸ ਕੁਝ ਲੇਆਊਟ ਹੋਏ ਹਨ ਜਿਹੜੇ ਕਿ ਆਪਣੇ ਭਾਰਤੀ ਲੋਕਾਂ ਤੇ ਅਤੇ ਦੂਜਿਆਂ ਤੇ ਵੀ ਹੋਏ ਹਨ, ਪਰ ਜਿਹੜੀ ਮੈਜੋਰਟੀ ਦਾ ਨੰਬਰ ਹੈ ਉਹ ਜ਼ਿਆਦਾਤਰ ਭਾਰਤੀਆਂ ਦਾ ਹੈ। ਸੋ ਉਸ ਤੇ ਗੱਲਬਾਤ ਕਰਾਂਗੇ। ਸੋ ਇਸ ਵੇਲੇ ਸਾਨੂੰ ਜ਼ਰੂਰਤ ਹੈ ਇਸ ਤੇ ਵੀ ਪੈਰਲਲ ਅਸੀਂ ਪਹਿਰਾ ਦਈਏ ਕਿ ਅਜਿਹੇ ਜਿਹੜੇ ਐਲੀਮੈਂਟਸ ਹਨ, ਇਹੋ ਜਿਹੇ ਜਿਹੜੇ ਵਿਅਕਤੀ ਹਨ, ਉਹਨਾਂ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈ। ਕਮਿਊਨਿਟੀ ਦੇ ਵਿੱਚ ਇਹ ਜਿਹੜੇ ਸਾਡੀ ਸਾਰੀ ਕਮਿਊਨਿਟੀ ਦਾ ਨਾਮ ਬਦਨਾਮ ਕਰਦੇ ਹਨ,
ਉਹਨਾਂ ਨੂੰ ਕਿਸ ਤਰ੍ਹਾਂ ਨੰਗਾ ਕਰਨ ਦੀ ਜ਼ਰੂਰਤ ਹੈ ਤਾਂ ਕਿ ਗਾਂ ਫਿਊਚਰ ਦੇ ਵਿੱਚ ਕੋਈ ਅਜਿਹਾ ਕਦਮ ਨਾ ਚੁੱਕੇ। ਉਹਦੇ ਤੇ ਸਾਨੂੰ ਪਹਿਰਾ ਦੇਣ ਦੀ ਜ਼ਰੂਰਤ ਹੈ। ਇਸ ਵੇਲੇ ਕਮਿਊਨਿਟੀ ਉਸ ਪੱਧਰ ਦੀ ਹੋ ਚੁੱਕੀ ਹੈ ਕਿ ਜਦੋਂ ਕੋਈ ਵੀ ਨਿੱਕੀ ਜੀ ਗਲਤੀ ਹੁੰਦੀ ਹੈ ਤੇ ਉਹਦੇ ਲਈ ਸਾਰਿਆਂ ਨੂੰ ਭੁਗਤਣਾ ਪੈਂਦਾ ਹੈ। ਤੇ ਜਿਹੜਾ ਵੀ ਇੱਥੋਂ ਦਾ ਮੀਡੀਆ ਹੈ ਤੇ ਉਹ ਇੱਕ ਖਬਰ ਦੇ ਤੌਰ ਤੇ ਫਲੈਸ਼ ਕਰ ਦਿੰਦਾ ਤੇ ਉਸ ਨੂੰ ਬਾਅਦ ਚ ਕੋਈ ਵੀ ਫਾਲੋ ਨਹੀਂ ਕੀਤਾ ਜਾਂਦਾ ਨਿਊਜ਼ ਨੂੰ। ਲੇਕਿਨ ਜਿਹੜੀ ਨਿਊਜ਼ ਹੁੰਦੀ ਹੈ ਮੇਨ, ਉਹ ਸਾਰੀ ਕਮਿਊਨਿਟੀ ਨੂੰ ਬਦਨਾਮ ਕਰ ਜਾਂਦੀ ਹੈ। ਲਓ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਉਪਰੰਤ ਅਸੀਂ ਵਾਪਸ ਪਰਤਦੇ ਹਾਂ।